अजमीत सिंह, आप इस परिवार के साथ खड़े हैं। जसजीत की शहादत के बाद आप उस परिवार की सपोर्ट कर रहे हैं 5 साल से, लेकिन सच्चाई क्या है? लोग उस वक्त 10 दिनों तक, उनका माँ बाप का कहना है कि 10 दिन तक यहाँ पर तांता लगा रहा। काफ़ी लोग आए, उनको कहा गया, हौसले दिए गए बड़े बड़े, लेकिन उसके बाद आज तक कोई उनकी सुध नहीं ले रहा। आप साथ चल रहे हैं, क्या देखा आपने इस 5 साल के दौरान? ਬੋਲਿਆ ਸੀ ਕਿ ਹਾਲੇ ਤਾਂ ਇਸ ਦੀ ਸਿਵਿਆਂ ਦੀ ਅੱਗ ਵੀ ਨਹੀਂ ਠੰਡੀ ਹੋਈ ਜ਼ਾਲਮੋ। हम्म। ਤੁਸੀਂ ਇੰਨੇ ਫਤਵੇ ਇਹਨਾਂ ਤੇ ਜਾਰੀ ਕਰਤੇ, ਇੰਨੇ ਇਲਜ਼ਾਮ ਇਹਨਾਂ ਤੇ ਤੁਸੀਂ ਲਗਾਤੇ ਕਿ ਇੰਨਾ ਕਰੋੜਾਂ ਰੁਪਏ ਆ ਗਿਆ। ਇਹ ਸਾਡੀ ਹਾਲਤ ਤਾਂ ਕੁਝ ਲੋਕਾਂ ਦੀ, ਕੁਝ ਸ਼ਰਾਰਤੀ ਅਨਸਰ ਵੀ ਹੋ ਸਕਦੇ ਨੇ। ਜ਼ਰੂਰੀ ਨਹੀਂ ਕਿ ਸਾਡੇ ਆਪਣੇ ਆਪਣੇ ਤਾਂ ਸਾਡੇ ਖੈਰ ਮਿਲੇ ਹੋਏ ਹਨ, ਜਿਵੇਂ ਆਪਣੇ ਵਿਕੇ ਨਾ ਹੋਣ ਤੇ ਦੂਜਿਆਂ ਦਾ ਦਮ ਨਹੀਂ ਕਿ ਕਿਸੇ ਨੂੰ ਸਾਡੇ ਤੋਂ ਕੋਈ ਟੁੱਟ ਸਕੇ। ਇਸ ਕਰਕੇ ਪਰਿਵਾਰ ਨੂੰ ਉਸ ਦੀ ਬੜੀ ਗਹਿਰੀ ਸੱਟ ਲੱਗੀ। ਤਾਂ ਫਿਰ ਮੈਂ ਵੀ ਕਿਹਾ, ਮੈਂ ਕਿਹਾ ਕੋਈ ਗੱਲ ਨਹੀਂ, ਕਹਿਣ ਤੋਂ ਲੋਕਾਂ ਦਾ ਕੰਮ ਹੈ, ਇਸ ਟਾਈਮ ਉਹਨਾਂ ਨੂੰ ਮੌਕਾ ਮਿਲਿਆ। ਪਰ ਪੁੱਤਰ ਜਿਹੜਾ ਤੁਹਾਡਾ ਕੌਮ ਤੇ ਪ੍ਰਵਾਨ ਹੋ ਗਿਆ। ਤੁਸੀਂ ਇਹ ਦੇਖੋ, ਸੱਚੇ ਪਾਤਸ਼ਾਹ ਨੇ ਉਹਦੀ ਸ਼ਹੀਦੀ ਨੂੰ ਪ੍ਰਵਾਨ ਕੀਤਾ ਹੈ। ਜਦੋਂ ਵੀ ਦੁਨੀਆ ਵਿੱਚ ਸ਼ਹੀਦਾਂ ਦੀ ਅਰਦਾਸ ਹੋਏਗੀ ਤੇ ਤੁਹਾਡੇ ਪੁੱਤ ਦਾ ਨਾਮ ਉਸ ਸ਼ਹੀਦਾਂ ਦੀ ਲਿਸਟ 'ਚ ਜ਼ਰੂਰ ਆਵੇ। ਮੈਂ ਇੱਕ ਗੱਲ ਤਾਂ ਮੈਂ ਕਲੀਅਰ ਕਰਦਾ ਹਾਂ, ਇਨਸਾਫ ਤੇ ਭੁੱਲ ਜਾਓ, ਇਹ ਇਨਸਾਫ ਮਿਲੂਗਾ। 89 ਵਿੱਚ ਨਗਰ ਕੀਰਤਨ ਤੇ ਅਟੈਕ ਹੋਇਆ ਸੀ ਜਿਸ ਸੈਨਾ ਵੱਲੋਂ, ਉਹ ਫਾਈਲਾਂ ਧੂੜ ਦੀ ਉਸ ਗੰਦਗੀ ਦੇ ਵਿੱਚ ਦੱਬ ਕੇ ਸੜ ਚੁੱਕੀਆਂ ਹੋਣਗੀਆਂ। ਉਹਦੇ ਵਿੱਚ ਮੇਰੇ ਵੀਰ ਕਾਰਪੋਰੇਟਰ ਬਲਵਿੰਦਰ ਸਿੰਘ ਨੇ ਬੜੀ ਆਵਾਜ਼ ਉਠਾਈ, ਬੜਾ ਮਟੀਰੀਅਲ ਇਕੱਠਾ ਕਰਕੇ ਇਸ ਅੰਨੀ ਸਰਕਾਰ ਦੀਆਂ ਅੱਖਾਂ ਖੋਲ੍ਹਣ ਦੀ ਕੋਸ਼ਿਸ਼ ਕੀਤੀ, ਪਰ ਕਿੱਥੇ ਸੁਣਵਾਈ ਹੈ? ਸੁਣਵਾਈ ਤੇ ਹੈਗੀ ਨਹੀਂ। 84 ਤੋਂ ਲੈ ਕੇ ਅੱਜ ਦੀ ਡੇਟ ਤੱਕ ਆਖਦੇ ਨਾ ਕਿ ਜਸਟਿਸ ਡਿਲੇਡ ਜਸਟਿਸ ਡਿਨਾਈਡ, ਜਿਹੜਾ ਦੇਰ ਨਾਲ ਇਨਸਾਫ ਮਿਲੇ ਉਸ ਨੂੰ ਇਨਸਾਫ ਨਹੀਂ ਕਰਨੀ। ਬਾਕੀ ਇਹਨਾਂ ਜ਼ਾਲਿਮ ਸਰਕਾਰਾਂ ਤੋਂ, ਵਿਕੇ ਹੋਏ ਲੀਡਰਾਂ ਤੋਂ ਕਿ ਸਾਨੂੰ ਇਨਸਾਫ ਮਿਲੇਗਾ। ਇਨਸਾਫ ਲੈਣ ਵਾਸਤੇ ਸਾਨੂੰ ਆਪਣੇ ਹੱਕ ਦੀ ਲੜਾਈ ਖੁਦ ਲੜਨੀ ਪੜੇਗੀ। ਉਹਦੇ 'ਚ ਕੀ ਹੋਏਗਾ ਕਿ ਸਾਡੀ ਜਿਹੜੇ ਸਾਨੂੰ ਜਤਲਾਇਆ ਜਾਂਦਾ ਕਿ ਤੁਸੀਂ 2% ਤੋਂ 2%, ਮੈਂ ਕਹਿੰਦਾ ਭਲੇ ਹੋ ਯਾਰ, 2% ਹੀ ਇਕੱਠੇ ਹੋ ਜਾਓ, ਅਸੀਂ ਆਪਣੇ ਹੱਕ ਦੀ ਲੜਾਈ ਆਪ ਲੜ ਜਾਵਾਂਗੇ। 2% ਹੀ ਅਸੀਂ ਇਕਮਿੱਠ ਹੋ ਕੇ ਅਗਰ ਲੜੀਏ ਨਾ, ਉਹਦੇ ਵਿੱਚ ਸਾਡੇ ਸਮਾਜਿਕ ਲੀਡਰ, ਰਾਜਨੀਤਿਕ ਲੀਡਰ ਸਾਡੇ ਨਾਲ ਆ ਕੇ खड़े हो जाए, मैं कहता जरूर जालिम को सजा मिल सकती है। आज हिंदू अब आज हमारी किस फोर्स से लड़ाई है? आज किस फोर्स से लड़ेंगे? आज तो वैसी लड़ाई कोई है नहीं, मुझे नहीं दिखती। नहीं है ना लड़ाई, तुम देख लो ਤੁਹਾਡੇ सामने क्यों नहीं दिखेगी। मैं कहता पूरा मीडिया अगर सही इंसाफ ਨਾਲ ਗੱਲ करे तो लड़ाई क्यों नहीं दिखेगी? लड़ाई दिख रही है। ਅਸੀਂ ਸੰਤਾਂ ਦਾ ਪੋਸਟਰ, ਜਿਹੜੀ ਸੰਤਾਂ ਦੀ ਤਸਵੀਰਾਂ ਹਰ ਸਾਲ ਲਗਾਉਂਦੇ ਸੀ, ਇਸ ਸਾਲ ਕਿਹੜੀ ਕਿ ਅਸਮਾਨ ਟੁੱਟ ਕੇ ਥੱਲੇ ਆ ਗਿਆ ਸੀ ਕਿ ਇਸ ਟਾਈਮ ਤੁਸੀਂ ਸਮਾਗਮ ਨਹੀਂ ਹੋਣ ਦੇਣਾ। ਜੇ ਅਸੀਂ 32 ਸਾਲਾਂ ਤੋਂ ਸਮਾਗਮ ਕਰ ਰਹੇ ਹਾਂ, ਪੂਰੇ ਸਾਡੇ ਮੀਡੀਆ ਵਿੱਚ ਜਾ ਰਿਹਾ ਹੈ, ਮੈਂ ਨਹੀਂ ਹੋਇਆ। ਜਦੋਂ 2015 ਨਵਾਂ ਚਿਹਰਾ ਸਰਕਾਰ ਦਾ ਆਉਂਦਾ ਤੇ ਤੁਸੀਂ ਇਹ ਦੁਰਮਤੀ ਕਰੋਗੇ ਤੇ ਇਹ ਜੰਗ ਨਹੀਂ ਤੇ ਹੋਰ ਕੀ ਹੈ? ਤੇ ਜੰਗ, ਇਹ ਤੇ ਇਨਸਾਫ ਵਾਲੀ ਗੱਲ ਹੀ नहीं, साढ़े ਤੇ ਸਾਨੂੰ दबाने की कोशिश की गई। कौन दबा रहा है? पहले कांग्रेस की बात की जाती थी, आज भाजपा की सरकार है। आपको लगता क्या है कि आपको ज्यादा परेशानी किससे है? ਸਾਨੂੰ ਦੇਖੋ ਪਰੇਸ਼ਾਨੀ ਸਾਰਿਆਂ ਇਸੇ ਕਰਕੇ ਉਹ ਲਿਖਿਆ ਨਾ ਕਿਸੇ ਨੇ ਲਿਖ ਦੇ, ਪਰ ਜਿੱਥੇ ਤੁਸੀਂ ਧੱਕਾ ਕਰੋਗੇ, ਅਗਰ ਅਸੀਂ ਉੱਥੇ ਫੇਰ ਖੜੇ ਰਹੀਏ, ਫਿਰ ਅਸੀਂ ਸਿੱਖ ਖਾਉਣ ਦੇ ਹੱਕਦਾਰ ਨਹੀਂ। ਕਿਉਂਕਿ ਗੁਰੂ ਸਾਹਿਬ ਨੇ ਸਿੱਖ ਕੌਮ ਨੂੰ ਹਦਾਇਤ ਦਿੱਤੀ ਸੀ ਕਿ ਜਿੱਥੇ ਜ਼ੁਲਮ ਹੋਏ ਉਹਦੇ ਸਾਹਮਣੇ ਡਟ ਕੇ ਖੜਾ ਹੋਣਾ। ਤੇ ਸਾਡੇ ਨਾਲ ਕੋਈ ਜ਼ੁਲਮ ਕਰਦਾ ਰਹੇ, ਅਸੀਂ ਚੁੱਪ ਕਰਕੇ ਸਹਿਣ ਕਰੀ ਜਾਈਏ, ਉਹ ਮੈਂ ਕਹਿੰਦਾ ਸਭ ਤੋਂ ਵੱਡਾ ਮਹਾਂਪਾਪ ਆ ਸਾਡੇ ਲਈ। ਇਸ ਕਰਕੇ ਗੁਰੂ ਸਾਹਿਬ ਦੀ ਬਣਾਈ ਹੋਈ ਵਿਉਂਤ ਅਨੁਸਾਰ ਅਸੀਂ ਆਪਣੇ ਹੱਕ ਲਈ ਜ਼ਰੂਰ ਲੜਾਂਗੇ। ਕਿਤੇ ਇਸੇ ਹਿੰਦੁਸਤਾਨ ਦੀ ਅਜ਼ਮਤ ਦੀ ਖਾਤਰ ਗੁਰੂ ਸਾਹਿਬ ਨੇ ਆਪਣੇ ਬੱਚਿਆਂ ਨੂੰ ਵਾਰਿਆ। ਅੱਜ ਜੰਗ ਜਿਹੜੀ ਹੈ ਉਹ ਸਾਡੀ ਆਪਣੀ ਹੈ। ਅਸੀਂ ਆਪਣੀ ਖਾਤਰ ਜਿਹੜੀ ਇਹ ਲੜਾਈ ਲੜ ਸਕਦੇ ਹਾਂ ਇਨਸਾਫ ਲਈ। ਜੰਗ ਇਹ ਨਹੀਂ ਕਿ ਅਸੀਂ ਐਟਮ ਬੰਬ ਚਲਾ ਜਾਵਾਂਗੇ ਜਾਂ ਗੋਲੀਆਂ ਚਲਾ ਦੇਵਾਂਗੇ। ਜੰਗ ਇਸ ਟਾਈਮ ਕਲਮ ਦੀ ਹੈ ਕਿ ਜਿੱਥੇ ਸਾਨੂੰ ਸਾਡੇ ਨਾਲ ਧੱਕਾ ਹੁੰਦਾ, ਉੱਥੇ ਅਸੀਂ ਇਹ ਗੁਹਾਰ ਸਰਕਾਰਾਂ ਕੋਲੋਂ ਲਗਾਉਣ ਤੋਂ ਅਸੀਂ ਆਪਣੇ ਹੀ ਨੁਮਾਇੰਦੇ, ਬਰਾਦਰੀ, ਭਾਈਚਾਰਾ, ਆਪਣੇ ਲੀਡਰਸ਼ਿਪ ਤੇ ਅਸੀਂ ਅਗਰ एकजुट हो जाइए, यूनिटी हो जाए, तो साडी जंग जिहड़ी है आप आराम नाल जित सकते। कारज नूं ਇਹ ਜਸਜੀਤ ਦੀ ਸ਼ਹੀਦੀ ਹੁੰਦੀ ਹੈ। ਸ਼ਹੀਦੀ ਤੋਂ ਕੋਈ 2-3 ਘੰਟੇ ਪਹਿਲਾਂ ਜਦੋਂ ਅਸੀਂ ਉਸ ਰਾਣੀ ਬਾਗ ਤੇ ਉਸ ਜਗ੍ਹਾ ਦੇ ਥਾਂ ਤੇ ਖੜੇ ਸੀ ਜਿੱਥੇ ਇਹ ਪੋਸਟਰ ਵਿਵਾਦ ਦੇ ਕਰਕੇ ਜਿਹੜਾ ਸੰਤਾਂ ਦੀ ਪੋਸਟਰ ਨੂੰ ਉਤਾਰਿਆ ਗਿਆ ਸੀ, ਗੋਲੀ ਚੱਲਣ ਤੋਂ 2-2.5 ਘੰਟੇ ਪਹਿਲਾਂ ਐਸਐਸਪੀ ਉੱਤਮ ਚੰਦ, ਜਿਹੜਾ ਕਾਤਲ ਅੱਜ ਦੀ ਡੇਟ ਵਿੱਚ ਸਿੱਖਾਂ ਦੀ ਨਜ਼ਰ ਵਿੱਚ, ਸਿੱਖ ਕੌਮ ਦੇ ਨਜ਼ਰ ਵਿੱਚ ਕਾਤਲ ਅਤੇ ਹੈਵਾਨ ਹੈ, ਉਹ ਉਸ ਟਾਈਮ ਉੱਥੇ ਖੜਾ ਸੀ। ਮੇਰੀ ਘੱਟ ਤੋਂ ਘੱਟ ਉਹਦੇ ਨਾਲ 40 ਮਿੰਟ ਉਹਦੇ ਨਾਲ ਬਹਿਸ ਹੋਈ, बड़ी ताक हुई। मैं उन्होंने क्या भी, मैं क्या आप जम्मू के एसएसपी हो पूरे प्रोविंस के, तो सर आप जम्मू डिस्ट्रिक्ट के सारी, तो
वो कहता कि मैं यहाँ पर पोस्टर लगने नहीं दूंगा। मैं क्या, ये गाड़ीगढ़ सिखों की बस्ती है, यहाँ पे नहीं लगे तो कहाँ पे लगेंगे। वो मैंने बार बार कही जे तू सिंबल 1000 लगा दे पर इतने लगा मैनू क्या, मैं क्या हर साल लगते सी, ਅਸੀਂ सिटी तक लगाए, ऊपर तक लगाए, ਅੱਜ की हो गया। तो ਉਹਦੇ ਚ ਨਾ 2-3 ਨੌਜਵਾਨ ਮੁੰਡੇ ਸੀ, 16-17 ਸਾਲ ਦੇ, ਉਹਨੇ ਚੱਕੇ ਹੋਈ ਸੀ। ਤੇ ਉਹਦੇ ਮੈਂ ਐਸਐਸਪੀ ਉਤਮਜਦ ਨੂੰ ਬੋਲਿਆ, मैं क्या तू बंदे छड़ दे साढ़े। ਉਹਦਾ एक लफ्ज सुनो उन्हें की बोलिया, कहता अगर मैं इनको छोड़ूंगा तो मैं सिखों की नजर में गिर जाऊंगा, मैं इनके नीचे लग जाऊंगा। मैं कदे ਉਹਦੀ चेहरे वाल देखा, कदे सोचा, मैं क्या यार ਕਾਹਦਾ ਐਸਐਸਪੀ है ਜਿਹੜਾ ਇੰਨੀ ਗੱਲ ਸੋਚ ਕੇ ਕਹਿੰਦਾ ਕਿ ਮੈਂ ਸਿੱਖਾਂ ਨੂੰ ਛੱਡਾਂਗਾ ਤਾਂ ਮੈਂ ਉਹਨਾਂ ਦੇ ਥੱਲੇ ਲੱਗ ਜਾਵਾਂਗਾ। ਮੈਂ ਅੱਜ ਵਿਚਾਰੇ ਉਹਨਾਂ ਦੀ ਡੈਥ ਹੋ ਗਈ ਹੈ, ਮਨਜੀਤ ਸਿੰਘ ਹੋਰਾਂ ਦੀ, ਜਿਹੜੀ ਉਹਨਾਂ ਦੀ ਵਡਿੰਗ ਸੀ। ਮੈਨੂੰ ਕਹਿੰਦਾ ਮਨਜੀਤ ਸਿੰਘ ਹੋਰ ਕਹਿੰਦੇ ਕਿੱਥੇ, ਮੈਂ ਕਿਹਾ ਮੈਂ ਚੱਲ ਕੇ ਭਰੇ ਜਦੋਂ ਬੱਚੇ ਆਉਣ ਵਾਲੇ। ਉਸ ਤੋਂ ਬਾਅਦ ਮੈਂ ਜਾਣਾ ਸੀ ਤ੍ਰਿਕੁਟਾ ਨਗਰ ਥਾਣੇ ਕੁਲਦੀਪ ਸਿੰਘ ਨੂੰ ਰਿਹਾ ਕਰਨ ਵਾਸਤੇ, ਜਿਹੜੀ ਮੈਨੂੰ ਇਹਨਾਂ ਨੇ ਡਿਊਟੀ ਲਗਾਈ ਸੀ। ਮੈਂ ਕਿਹਾ ਪਹਿਲੇ ਇਹਨਾਂ ਨੂੰ ਰਿਹਾ ਕਰੀਏ। ਜਦੋਂ ਉਹਨੂੰ ਫੋਨ ਆਇਆ ਤਰਲੋਚਨ ਸਿੰਘ ਵਜ਼ੀਰ ਦਾ, ਅਜਮੀਰ ਕਿੱਥੇ, ਉਹਨਾਂ ਨੇ ਕਿਹਾ ਅਜਮੀਰ ਦੇ ਅੰਦਰ ਕਿਹਾ ਹੋਇਆ ਇੱਥੇ, ਕਹਿੰਦੇ ਇਹਨੂੰ ਬਾਹਰ ਕੱਢ, ਇਹਨਾਂ ਨੇ ਇਸ ਨੂੰ ਟਾਰਗੇਟ ਬਣਾਇਆ ਹੈ, ਮਾਰਨਾ ਇਸ ਨੂੰ। ਜਦੋਂ ਉਹਨੇ ਮੈਨੂੰ ਫੋਨ ਕੀਤਾ, ਮੈਂ ਆਪਣੀ ਅੱਖੀ ਸੀਨ ਦੇਖਿਆ। ਉਸ ਟਾਈਮ ਦਾ ਉਹ ਪਾਗਲ ਅਫਸਰ ਸੀ ਕੁਲਦੀਪ ਚੌਧਰੀ ਕਰਕੇ, ਸ਼ਾਇਦ ਐਸਐਚਓ, ਉਹਨੇ ਆਪਣੀ ਇੱਥੇ ਡੱਬ ਤੇ ਹੱਥ ਪਾ ਕੇ ਨਾ ਪਿਸਟਲ ਕੱਢਣ ਦੀ ਕੋਸ਼ਿਸ਼ ਕੀਤੀ। ਪਰ ਇੰਨੀ ਦੇਰ ਤੱਕ ਜਦੋਂ ਮੈਨੂੰ ਮਨਜੀਤ ਵੀਰ ਦਾ ਫੋਨ ਆਇਆ, ਇੰਦਰ ਮੈਂ ਉੱਥੋਂ ਨਿਕਲ ਗਿਆ। ਉਹ ਪਿੱਛੇ ਦੌੜੇ ਇੰਦਰ, ਅਸੀਂ ਗੱਡੀ ਲੈ ਕੇ ਨਿਕਲ ਗਏ। ਜਿਸ ਟਾਈਮ ਮੈਂ ਫਤਿਹ ਸਿੰਘ ਗੁਰਦੁਆਰੇ ਐਂਟਰ ਕੀਤਾ ਹੀ ਹਾਲੇ ਪਹੁੰਚਿਆ ਹੀ ਆ, ਇਸ ਟਾਈਮ ਸਾਨੂੰ ਫੋਨ ਆ ਗਿਆ ਕਿ ਗੋਲੀ ਚੱਲ ਗਈ ਹੈ ਤੇ ਇੱਕ ਸਿੰਘ ਸ਼ਹੀਦ ਹੋ ਗਿਆ। ਉਦੋਂ ਮੈਨੂੰ ਪਤਾ ਨਹੀਂ ਸੀ ਕਿ ਜਸਜੀਤ ਦੀ ਸ਼ਹੀਦੀ ਹੋ ਚੁੱਕੀ ਹੈ। ਮਤਲਬ ਮੈਂ ਇਹ ਕਹਿ ਰਿਹਾ ਕਿ ਕੁਛ ਨਾ ਕੁਛ ਦਾਲ ਵਿੱਚ ਉਹਨਾਂ ਨੇ ਇੱਕ ਕਾਲਾ ਰੱਖਿਆ ਸੀ, ਜਾਂ ਫਿਰ ਦਾਲ ਕਾਲੀ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਸੀ, ਕਿਉਂਕਿ ਪਿੱਛੋਂ ਹੀ ਹਦਾਇਤ ਸੀ ਉਹਨਾਂ ਨੂੰ ਕਿ ਕੁਛ ਨਾ ਕੁਛ ਕਰਨਾ ਹੈ। ਜਿਸ ਤਰ੍ਹਾਂ ਮੈਂ ਬੱਚੇ ਛੜਾਂ ਚਲਾ ਗਿਆ, ਅਗਰ ਮੈਂ ਇਨਕੇਸ ਬੱਚੇ ਛੜਾ ਕੇ ਲਿਆ ਛੱਡਦਾ ਤੇ ਬਾਕੀ ਮਸਲਾ ਹੱਲ ਹੋ ਜਾਣਾ ਸੀ। ਪਰ ਉਹਨੇ ਮੈਨੂੰ ਆਪੇ ਭੇਜਿਆ ਐਸਐਸਪੀ ਨੇ ਕਿ ਠੀਕ ਹੈ ਤੈਨੂੰ ਭੇਜ ਰਿਹਾ। ਤੇ ਇੱਕ ਕਾਮਰੇਡ ਸਾਹਿਬ ਸਾਡੇ ਨਾਲ ਬਜ਼ੁਰਗ ਸਨ, 70-75 ਸਾਲ ਉਮਰ ਹੈ ਉਹਨਾਂ ਦੀ, ਉਹਨਾਂ ਨੂੰ ਤੁਸੀਂ ਪੁੱਛ ਸਕਦੇ ਹੋ ਕਿਧਰੇ ਵੀ, ਉਹ ਵੀ ਨਾਲ ਭੇਜੇ ਮੇਰੇ। ਤੇ ਮਨਜੀਤ ਸਿੰਘ ਜੀ ਮੇਰੇ ਨਾਲ ਗਏ ਤੇ ਉੱਥੇ ਤਰਲੋਚਨ ਸਿੰਘ ਵਜ਼ੀਰ, ਸਾਡੇ TS ਵਜ਼ੀਰ ਜਿਹੜੇ ਸਟੇਟ ਬੋਰਡ ਦੇ ਚੇਅਰਮੈਨ, ਉਹਨਾਂ ਨੇ ਫੋਨ ਕਰਕੇ ਉਹਨੂੰ ਕਿਹਾ ਕਿ ਅਜਮੀਤ ਨੂੰ ਕੱਢ ਲੈ ਇੱਥੋਂ ਬਾਹਰ। तो मतलब कुछ ना कुछ मैं कहता कि पिछों सरकार दी जा RSS मैं कह सकदा जिदे दबाव थले ये हुकमचंद सी, इसने इन्नी सोहनी अपनी जिहड़ी नौकरी सी ऑफिसर पूना सी, मैनू लगता उसते कलंक लवाया। कोई गल नहीं, फिर की होया, अज DIG बन गया, कल DG बन के भी रिटायर होएगा ना, 60 साल की उम्र तो घर भी आ जाएगी, तां भी इसदे जमीर इनू लानता पांदा रहेगा कि नहीं तेनू सिख पुकारते रहे, रोसमई प्रदर्शन भी करते रहे, यार इतने पोस्टर लगना कोई फर्क नहीं पड़ा, हर साल लगता सी, कुछ नहीं होना, कुछ नहीं होना, कोई संत जी थले नहीं आने लगे। इन्हों डर सी, अज संतां दी तस्वीर जागदी बोल रही सी, पर इन्हों डर सी किते संत जी सामने ना आ जाए। आज हम जसजीत के घर आए थे, जसजीत की शहादत के बारे में बात हुई, पुलिस की गलती से जसजीत की मौत गई, लेकिन उस वक्त राजनेता जो थे, जो उस वक्त के लीडर थे, वो सामने क्यों नहीं आए, उन लोगों ने आवाज़ क्यों नहीं उठाई, उस परिवार को इंसाफ क्यों नहीं दिलवाया, और उसके परिवार के वो इल्ज़ाम कि उनकी कौम के जो लीडर थे, उन लीडर्स ने इन लोगों का सपोर्ट क्यों नहीं किया, इनकी मदद करने के लिए आगे आना चाहिए था। लेकिन उन्होंने उस वक्त भी राजनीति की, चाहे वो किसी भी कौम के लीडर थे, इस परिवार का दामन किसी ने नहीं थामा। आज भी ये परिवार जो है वो मुश्किल और परेशानियों से गुजर रहा है, क्योंकि एक बेटा इनका लापता है और दूसरा जो है वो पुलिस की गोली से जो है वो शहीद हुआ। पर सवाल अब ये उठ रहे हैं कि ये कब तक होगा, देश के नौजवानों को कब तक पुलिस या हमारा प्रशासन इस तरीके से मरवाता रहेगा, चाहे वो हिंदू हो, चाहे वो सिख हो या मुसलमान हो। देश के युवा को जब ऐसे मारा जाएगा तो देश का आने वाला भविष्य क्या होगा, इस पर कुछ बड़े सवाल जो हैं वो खड़े हो रहे हैं। तो आज मैं हूं संसार सिंह, और इस वक्त जिस घर में मैं आकर के बैठा हुआ हूं, उस घर की कहानी को अगर देखेंगे तो आपकी आंखें जो है वो नम हो जाएंगी। इनके 2 बेटे और 1 बेटी, लेकिन पूरा परिवार कैसे ख़त्म हुआ उस पर थोड़ी चर्चा हम करेंगे। ये कहा जाता है, वैसे तो बेटी और बेटे में कोई फ़र्क नहीं, लेकिन अगर बात करें तो बेटे को जो है वो ज़्यादा तरजीह दी जाती है हमारे समाज में। इनके 2 बेटे थे, जिसमें से एक जसजीत सिंह था। जसजीत सिंह जो 2015 में पुलिस की गोली के साथ शहीद हुआ।
कारण क्या था वो आप सब जानते हैं। 2015 में पोस्टर विवाद हुआ, जिस पोस्टर विवाद में उस बच्चे को गोली लगी और उसकी जान चली गई। इनके दो बेटे थे, एक पहले से गुमशुदा था और दूसरा बेटा 2015 में पुलिस की गोली से मारा जाता है। अब उसके बाद होता क्या है, इस परिवार का आज सच हम आपको बताने जा रहे हैं। इस परिवार को इस वक्त किस परेशानियों से गुजरना पड़ रहा है, किन हालात में जीना पड़ रहा है, उसके ऊपर थोड़ी सी रोशनी जो हम डालेंगे और आपको बताएंगे कि शहादत के बाद जसजीत के परिवार का क्या हाल है, उस पर थोड़ी बात करेंगे। तो उनकी माता हमारे साथ हैं। मुझे बताएं, जसजीत की उम्र उस वक्त क्या थी और उस दिन क्या हुआ जब जसजीत घर से निकला? उस दिन ना मतलब 24 साल सी ਸੀ हम्म 24 ਸਾਲ ਦਾ ਸੀ ਤੇ ਉਸ ਦਿਨ ਅਸੀਂ ਦੋਨੋਂ ਗਏ ਹਾਂ हम्म ਤੇ ਆਪਣੀ ਡਿਊਟੀ ਤੇ ਜਾਣਾ ਸੀ ਉਸਨੇ ਡਿਊਟੀ ਆਫਿਸ हम्म ਦੋਨੋਂ ਗਏ ਹਾਂ ਤੇ ਲਾਸਟ ਵਿੱਚ ਮੈਨੂੰ ਆਪਣੇ ਮਾਇਕੇ ਛੋੜ ਕੇ ਤੇ ਉਹ ਚਲੇ ਗਿਆ। हम्म ਮੈਨੂੰ ਫੋਨ ਕਰ ਰਿਹਾ ਸੀ ਕਿ ਮੈਂ ਦਵਾਈ ਲੈਣੀ ਸੀ ਮੈਂ हम्म ਤੇ ਮੈਨੂੰ ਕਹਿੰਦਾ ਸੀ ਕਿ ਮੈਂ ਆਂਗਾ ਤੇ ਅਸੀਂ ਦਵਾਈ ਲੈ ਆਵਾਂਗੇ। ਤੇ इतनी देर को 2 ढाई 3 ਦਾ ਟਾਈਮ ਸੀ ਤੇ ਮੈਨੂੰ ਫੋਨ ਮੈਨੂੰ ਨਹੀਂ ਆਇਆ ਲੇਕਿਨ ਆਇਆ ਆਪਸ ਵਿੱਚ ਮਤਲਬ ਜਿਨ੍ਹਾਂ ਨੂੰ ਫੋਨ ਆਇਆ WhatsApp ਤੇ ਆ ਗਿਆ ਤੇ ਉਹਨਾਂ ਨੇ ਇਸ ਤਰ੍ਹਾਂ ਮਤਲਬ ਮੇਰੇ ਨਾਲ ਕਿਹਾ ਨਹੀਂ ਲੇਕਿਨ ਮੈਨੂੰ ਲੱਗਿਆ ਕਿ ਇਸ ਤਰ੍ਹਾਂ ਇਹ ਚੀਜ਼ ਹੈ। ਉਹਨਾਂ ਨੇ ਆਪਸ ਵਿੱਚ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਤਾਂ ਮੁੜ ਕੇ ਮੈਨੂੰ ਘਰ ਹੀ ਲੈ ਆਏ ਤੇ ਫਿਰ मैं घर ही आ गई हूँ वापस। कैसा था जसजीत, उसके शौक कैसे थे, नेचर कैसा था जसजीत का, स्वभाव जो था वो कैसा था? स्वभाव ठीक सी स्वभाव ऐसी करनी अपना दस्तारबंदी सी उसकी अपना अकाल तख्त साहब उसने जिसले 7वीं क्लास ਵਿੱਚ ਪੜਦਾ ਸੀ ਤੇ उसने अमृत संचार ਕੀਤਾ ਉਹ ਤੋਂ ਬਾਅਦ उसने ਉੱਥੇ ਹੀ मतलब ਇੱਕੋ ਵਾਰ ਕੀਤਾ ਵੀ ਰਹਿਤ ਮਰਿਆਦਾ ਰੱਖੀ ਸੀ ਆਪਣਾ ਦਸਤਾਰਬੰਦੀ ਕਰਦਾ ਸੀ ਬਹੁਤ ਅੱਛੀ। ਜਦੋਂ ਮਤਲਬ ਕੋਈ ਸਮਾਗਮ ਹੋਵੇ ਕੋਈ ਪ੍ਰੋਗਰਾਮ ਹੋਵੇ ਬਹੁਤ ਬੱਚੇ ਆ ਕੇ ਤੇ ਸਾਡੇ ਘਰ ਲਾਈਨ ਲੱਗ ਜਾਂਦੀ ਸੀ ਦਸਤਾਰਬੰਦੀ। ਉਸਨੇ ਮਤਲਬ ਜਿੱਥੇ ਸਮਾਗਮ ਹੋਣਾ ਮੈਨੂੰ ਵੀ ਨਾਲ ਲੈ ਕੇ ਚਲੇ ਜਾਣਾ। ਚਲੋ ਉਦੋਂ ਸਾਡੇ ਕੋਲ ਬਾਈਕ ਹੁੰਦੀ ਸੀ ਗੱਡੀ ਨਹੀਂ ਸੀ ਲੇਕਿਨ ਚਲੇ ਜਾਣਾ ਮੇਰੇ ਨਾਲ ਕਿ ਅਸੀਂ ਚਲਾਂਗੇ ਰਾਤ ਨੂੰ ਦਿਨੇ ਫਿਰ ਅਸੀਂ ਸਮਾਗਮ ਵਿੱਚ ਪੂਰੇ ਉਸਨੇ ਕੋਈ ਸਮਾਗਮ ਜਿਹੜਾ ਕੋਈ ਪ੍ਰੋਗਰਾਮ ਮਿਸ ਨਹੀਂ ਕਰਦਾ ਸੀ। हाँ उसकी मतलब शुरू तो लाइन ही ये वाली सी। तो जिस दिन उसको पुलिस की गोली लगी है उस दिन बताते हैं लोग, ये कहते हैं कि उस दिन उसका थोड़ा सा जो था वो स्वभाव चेंज था, बात करने का थोड़ा सा लहजा चेंज था, ऐसे लग रहा था कि कुछ बड़ा होने वाला है, ऐसा कुछ था? पता नहीं मेरे को तो इस तरह गया हूँ मैनू अगे वो जिससे फिर इंसान इस तरह ये चीज़ होती है तो सुहा होता सी। हाँ कदे कदे ना मतलब सुहा इस तरह बड़ा वाला जिस तरह मतलब उसके उम्र के लिहाज नाल उसको वड्डी गल करता सी। गल करता सी अपनी वड्डी मतलब हर एक गुरुआं दी ये वाली चीज़ कोई भी डिटेल करो कोई भी कुछ करो उसने पूरा मतलब दरबार साहब दा सवेरे जिहड़ा मोबाइल ते आंदा सी हुक्मनामा वो उसने मैनू रोज सवेरे पढ़ाना। हाँ नहीं ए देखो हुक्मनामा है ये तुसीं पढ़ो फिर मैं पढ़ना है। फिर उसने मतलब चाह पानी पीना है नहाना धोना है ब्रश करना है फिर अपना पाठ पूजा करनी है तो फिर उसने मतलब चाह पानी पी के या नाश्ता करके फिर अपनी ड्यूटी पे जाना आईडी ऑफिस लगा। उसकी जब पुलिस की गोली से मौत होती है तो उसके बाद में समाज और प्रशासन की ओर से आपके साथ क्या बात की गई उस वक्त? ये उदों आए काफ़ी हस्तियाँ काफ़ी आए मतलब उस तो बाद साढ़े नाल कोई नहीं है साढ़े असीं इकल्ले ही होए हैं जहाँ जिथे जाते असीं इकल्ले ਉਹਦੇ ਚ ਅੱਗੇ ਪਿੱਛੇ ਨਾ ਸਾਡੇ ਘਰ ਕੋਈ ਹੈ ਨਾ ਸਾਡੇ ਨਾਲ ਕੋਈ ਹੋਇਆ ਕੁਛ नहीं जिथे जाते हैं जिथे काम करते हैं असीं इकल्ले ही ये चीज़। जो लोग आपके साथ खड़े थे उस दिन, जो आपकी बात, इस वक्त आपका बेटा जो आपसे बिल्कुल दूर जा चुका, कभी वापस नहीं आएगा, दुनिया से जा चुका है, तो अब आपको लगता है कि आपके बेटे का ये कदम जो था ये कौम के लिए एक मैसेज था और कौम के लोगों को आपके साथ खड़ा रहना चाहिए था? लेकिन नहीं खड़े हुए उन्होंने अपने अपने मतलब करने शुरू कर देते साढ़े नाल कोई भी चीज़ सिर्फ राजनीति की गई। अब उनके फादर से हम बात करेंगे। उनके जो पिता हैं वो क्या सोचते हैं? एक पिता अपने बच्चे को बचपन से जवानी तक लेकर के आता है अपनी बुढ़ापे के लिए, लेकिन जब जवानी में उनका बेटा चला जाए, उनकी बुढ़ापे की लाठी जो थी वो टूट जाए, तो उनकी ज़िंदगी का
इस वक्त क्या हाल है, इस वक्त उनकी ज़िंदगी कैसे चल रही है, उस पर बात करेंगे। मुझे बताएं, क्या जसजीत का नेचर कैसा था, और जब उसकी पुलिस की गोली से मौत होती है उसके बाद में किस तरीके की राजनीति रही और आपके साथ क्या हुआ? वो एक हादसा हुआ तो फतेह, हमारा बेटा बहुत ही होनहार बेटा था, बहुत ही अच्छे स्वभाव का बेटा था, हर दम खुश रहना, अच्छे विचार थे। लेकिन जिस टाइम पुलिस की हमारे बच्चे के साथ जो हादसा हुआ उस टाइम तो सब पंथ बरादरी साथ खड़ी थी, हम ये करेंगे वो करेंगे, लेकिन बीच मझदार में सब ने छोड़ दिया, किसी ने हमारा साथ नहीं दिया। तो सिर्फ शहीदों को 10 दिन तक याद रखते हैं, उसके बाद कोई नहीं। 10 दिन तक हर आता था, हमको अपना बेटा समझो, हम ये करेंगे वो करेंगे, लेकिन उसके बाद कोई नहीं आया हमारे पास है। तो क्या कि हम बहुत ही मुश्किल दौर से गुजरे हैं, हमारे से बहुत ही बुरा हुआ है। इस 5 वर्ष के 5 साल हो गए हैं, 5 साल में, इस 5 साल के समागम के टाइम में हमारे साथ सिर्फ सिंबल कैंप से अजमीत से ये हर समागम में हमारे साथ आए, हमारे दुख सुख में साथ आते हैं, पूछते हैं, और इनके अलावा हमारे पास अभी तक कोई आदमी नहीं पहुंचा। बस 10वें तक सब 10 दिन तक हमारे साथ थे, 10 दिन के बाद किसी ने हमारी कोई खास खबर नहीं ली। हर आदमी लालची है, हर आदमी अपने अपने साथ का है, और किसी का हमारे तरफ इस कोई किसी किस्म का कोई सहारा बनकर आपके साथ नहीं चला। कोई नहीं सर, खाली बातें होती हैं, जब कोई स्टेज होती है उसमें 10 मिनट अपना भाषण देते हैं, चले जाते हैं, लेकिन कोई भी सामने कोई नहीं आया। आज 5 साल हो चुके हैं, 5 साल हो गए बेटे की जो शहादत हुई है उसके 5 साल हो चुके हैं। पुलिस प्रशासन का क्या रवैया रहा उस वक्त जब ये चीज हुई, उसके बाद में क्या हुआ, और आपको आज इंसाफ, क्या कोई उम्मीद है कि इंसाफ मिलेगा आपको? अभी तक तो हमें इंसाफ की कोई भी नहीं कि हमको इंसाफ मिलेगा। मुझको 5 साल हो गए अकेले, हम दोनों मियां बीवी दोनों जाते हैं, तो 5 साल हो गए मेरे को केस लड़ते हुए, 5 साल हो गए हर जगह जाता हूँ, नीचे से लेकर ऊपर तक हर जगह जाके आगे कार्रवाई चलाने की तरीक पे तरीक पड़ती है। लेकिन जो भी लड़के थे जिन्होंने मौके पे शहादत दी थी, हमारे सिंबलगंज के लड़के हैं, गाड़ीगढ़ के लड़के हैं, अपने नानकपुर के डिगाने के हैं, इन्होंने उस टाइम बहुत किया था कि हम साथ खड़े हैं, जिस टाइम आधी रात को बुलाओगे हम चलेंगे। लेकिन जिस टाइम पुलिस की वहाँ कार्रवाई होती है, इनको 4-4, 5-5 बार पुलिस ने बुलाया है कि आप आके अपनी मौके का जो शहादत वगैरह करो, जो आई विटनेस जो भी है। तो मैं किसी का नाम नहीं देता, लेकिन इन सब के कागज मेरे पास पड़े हुए हैं अभी तक, जैसे गए कागज गए हैं इन पर, लेकिन किसी ने भी, कोई बोलता है मेरे जिम्मेदारा फार्म का काम है, कोई मेरे को अपनी प्रॉब्लम है, हर आदमी ने अपनी प्रॉब्लम पर आई हो रहा, हमारे साथ कोई खड़ा नहीं हुआ। आपको लगता है कि जिस कम्युनिटी के लिए, आपकी कौम के लिए आपके बेटे ने शहादत दी, तो आज आपके साथ समाज से कोई खड़ा नहीं हो रहा? कोई आदमी हमारे साथ इस टाइम तक नहीं खड़ा हुआ। बाकी रही गल जो अजमीत सिंह है, वो हमारे साथ है आज भी, यहाँ बेटे का समागम बनाया, हमने बरसी बनाई है उसकी याद में, आज भी वे आए हैं, लॉन्चमेंट कराया था, कोई आएगा, लेकिन उनमें से कोई नहीं आया, और ना ही हमारे साथ कोई चलता है। बाकी हम अकेले हैं, हम दोनों, घर में कोई भी नहीं है, हमको पानी पिलाने वाला भी कोई नहीं है, सेहत खराब है, हालत खराब है, शरीर में मोटापा है, चल नहीं सकते। अच्छा। तो लेकिन फिर भी हमारा किसी ने, हमारे साथ कोई खड़ा नहीं है, कोई साथ नहीं दे रहा। उस दौरान पुलिस द्वारा जब उनकी गोली से मौत हुई, उस वक्त पुलिस का क्या रवैया है? आपको प्रताड़ित किया गया, आपको डराया गया, धमकाया गया? देखो, उस स्टार्टिंग में तो मेरे को जिस टाइम बच्चे की शहादत हुई थी उस टाइम में ध्यान नहीं था, मैं दूसरे दिन पहुंच गया था, लेकिन बाद में तरह तरह के पुलिस ने दबाव डाले, बातें की, लेकिन हमारे साथ कोई किसी किस्म की कोई आपको इसका मिलेगा, हम आपको इंसाफ दिलाएंगे, ये करेंगे वो करेंगे, लेकिन किसी ने हमारे साथ कोई ऐसी बात नहीं की। मतलब हम परेशानी में हैं और बड़ी मुश्किल दौर से गुजर रहे हैं, हमारे साथ कोई भी नहीं खड़ा होता। इस टाइम समाज को, बरादरी भाईचारे को और सारे को चाहिए हमारा साथ दे। बच्चे की शहादत उसने पंथ के लिए अपनी किया है, कुर्बानी दी है, लेकिन इस टाइम किसी ने भी हमारी कोई सूझबूझ नहीं ली।
अजमीत सिंह, आप इस परिवार के साथ खड़े हैं। जसजीत की शहादत के बाद आप उस परिवार की सपोर्ट कर रहे हैं 5 साल से, लेकिन सच्चाई क्या है? लोग उस वक्त 10 दिनों तक, उनका माँ बाप का कहना है कि 10 दिन तक यहाँ पर तांता लगा रहा, काफ़ी लोग आए, उनको कहा गया, हौसले दिए गए बड़े बड़े, लेकिन उसके बाद आज तक कोई उनकी सुध नहीं ले रहा। आप साथ चल रहे हैं, क्या देखा आपने इस 5 साल के दौरान? ਬਿਲਕੁਲ ਉਹਨਾਂ ਨੇ ਸਹੀ ਗੱਲ ਕੀਤੀ ਹੈ ਕਿ 5 ਸਾਲਾਂ ਤੋਂ ਵਾਪਸ ਕੋਈ ਆਇਆ ਨਹੀਂ। ਜਦੋਂ ਅੰਤਮ ਅਰਦਾਸ ਹੋਈ ਸੀ ਇੱਥੇ ਬਾਹਰ ਦੀਵਾਨ ਤੇ ਉਸ ਟਾਈਮ ਤੇ ਬੜੇ ਲੋਕੀ ਕਹਿ ਰਹੇ ਸੀਗੇ ਅਸੀਂ ਤੁਹਾਡੇ ਨਾਲ ਹਾਂ, ਬਹੁਤਾਂ ਨੇ ਕੁਝ ਕਿਹਾ, ਪਰ ਮੈਨੂੰ ਹੈਰਾਨਗੀ ਇਸ ਗੱਲ ਦੀ ਆ ਤੇ ਚਲੋ ਉਹ ਤਾਂ 10 ਦਿਨ ਬੜੇ ਦੂਰ ਦੀ ਗੱਲ ਆ। ਜਿਸ ਦਿਨ ਇਸ ਸਿੰਘ ਦਾ ਸੰਸਕਾਰ ਹੋਇਆ ਸੀ ਉਸੇ ਦਿਨ ਹੀ ਲੋਕਾਂ ਨੇ WhatsApp ਤੇ ਪਾਤਾ ਸੀ ਕਿ ਇਸ ਫੈਮਿਲੀ ਨੂੰ ਕਰੋੜਾਂ ਰੁਪਏ ਆਏ। ਬਕਾਇਦਾ ਉਹ ਰਾਤ ਜਿਹੜੀ 4 ਜੂਨ 2015 ਦੀ ਸਮਾਗਮ ਸੀ ਸਿਮਲਕਮ ਵਿਖੇ 6 ਤਰੀਕ ਦਾ, ਜਦੋਂ ਸੰਸਕਾਰ ਹੋ ਕੇ ਅਸੀਂ ਰਾਤ ਦਾ ਇਹ ਦੀਵਾਨ ਕੀਤਾ, ਉਹਦੇ ਵਿੱਚ ਮੈਂ ਬੋਲਿਆ ਸੀ ਕਿ ਹਾਲੇ ਤਾਂ ਇਸ ਦੀ ਸੇਵਿਆਂ ਦੀ ਅੱਗ ਵੀ ਨਹੀਂ ਠੰਡੀ ਹੋਈ ਜ਼ਾਲਮੋ। ਤੁਸੀਂ ਇੰਨੇ ਫਤਵੇ ਇਹਨਾਂ ਤੇ ਜਾਰੀ ਕਰਤੇ, ਇੰਨੇ ਇਲਜ਼ਾਮ ਇਹਨਾਂ ਤੇ ਤੁਸੀਂ ਲਗਾਤੇ ਕਿ ਇੰਨਾ ਕਰੋੜਾਂ ਰੁਪਏ ਆ ਗਿਆ। ਇਹ ਸਾਡੀ ਹਾਲਤ ਤਾਂ ਕੁਝ ਲੋਕਾਂ ਦੀ, ਕੁਝ ਸ਼ਰਾਰਤੀ ਅਨਸਰ ਵੀ ਹੋ ਸਕਦੇ ਨੇ, ਜ਼ਰੂਰੀ ਨਹੀਂ ਕਿ ਸਾਡੇ ਆਪਣੇ ਤਾਂ ਸਾਡੇ ਖੈਰ ਮਿਲੇ ਹੋਏ ਹਨ। ਜਿਵੇਂ ਆਪਣੇ ਵਿਕੇ ਨਾ ਹੋਣ ਤੇ ਦੂਜਿਆਂ ਦਾ ਦਮ ਨਹੀਂ ਕਿ ਕਿਸੇ ਨੂੰ ਸਾਡੇ ਤੇ ਉਂਗਲ ਚੁੱਕ ਸਕਣ। ਇਸ ਕਰਕੇ ਪਰਿਵਾਰ ਨੂੰ ਇਸ ਦੀ ਬੜੀ ਗਹਿਰੀ ਸੱਟ ਲੱਗੀ। ਤਾਂ ਫਿਰ ਮੈਂ ਵੀ ਕਿਹਾ, ਮੈਂ ਕਿਹਾ ਕੋਈ ਗੱਲ ਨਹੀਂ, ਕਹਿਣ ਤੋਂ ਲੋਕਾਂ ਦਾ ਕੰਮ ਹੈ, ਇਸ ਟਾਈਮ ਉਹਨਾਂ ਨੂੰ ਮੌਕਾ ਮਿਲਿਆ। ਪਰ ਪੁੱਤਰ ਜਿਹੜਾ ਤੁਹਾਡਾ ਕੌਮ ਤੇ ਪ੍ਰਵਾਨ ਹੋ ਗਿਆ। ਤੁਸੀਂ ਇਹ ਦੇਖੋ ਸੱਚੇ ਪਾਤਸ਼ਾਹ ਨੇ ਉਹਦੀ ਸ਼ਹੀਦੀ ਨੂੰ ਪ੍ਰਵਾਨ ਕੀਤਾ ਹੈ। ਜਦੋਂ ਵੀ ਦੁਨੀਆ ਵਿੱਚ ਸ਼ਹੀਦਾਂ ਦੀ ਅਰਦਾਸ ਹੋਏਗੀ तो ਤੁਹਾਡੇ ਪੁੱਤ ਦਾ ਨਾਮ उस शहीदां की लिस्ट में जरूर आएगा। अजमीत जी, कहाँ तक पहुंचा है ये सारा मसला? कब इनको इंसाफ मिलेगा? कोर्ट का क्या फैसला है? किस तरीके की गवाहियां चल रही हैं? कौन लोग हैं जो आई विटनेस थे? वो सारा माजरा क्या है? कोर्ट का इंसाफ का आपको क्या लग रहा है? इंसाफ कब तक मिलेगा? 5 साल हो चुके हैं, अभी तक इम्प्रूवमेंट क्या हुआ है केस के अंदर? नहीं, मैं एक गल तो मैं क्लीयर कर रहा हूँ, इंसाफ तो भूल जाओ कि इंसाफ मिलूगा। 89 ਵਿੱਚ ਨਗਰ ਕੀਰਤਨ ਦੇ ਅਟੈਕ ਹੋਇਆ ਸੀ ਸ਼ਿਵ ਸੈਨਾ ਵੱਲੋਂ, ਉਹ ਫਾਈਲਾਂ ਧੂੜ ਦੀ ਉਸ ਗੰਦਗੀ ਦੇ ਵਿੱਚ ਦੱਬ ਕੇ ਸੜ ਚੁੱਕੀਆਂ ਹੋਣਗੀਆਂ। ਉਹਦੇ ਵਿੱਚ ਮੇਰੇ ਵੀਰ ਕਾਰਪੋਰੇਟਰ ਬਲਵਿੰਦਰ ਸਿੰਘ ਨੇ ਬੜੀ ਆਵਾਜ਼ ਉਠਾਈ, ਬੜਾ ਮਟੀਰੀਅਲ ਇਕੱਠਾ ਕਰਕੇ ਇਸ ਅੰਨੀ ਸਰਕਾਰ ਦੀਆਂ ਅੱਖਾਂ ਖੋਲਣ ਦੀ ਕੋਸ਼ਿਸ਼ ਕੀਤੀ, ਪਰ ਕਿੱਥੇ ਸੁਣਵਾਈ ਹੈ? ਸੁਣਵਾਈ ਤੇ ਹੈਗੀ ਨਹੀਂ। 84 ਤੋਂ ਲੈ ਕੇ ਅੱਜ ਦੀ ਡੇਟ ਤੱਕ ਆਖਦੇ ਨਾ ਕਿ ਜਸਟਿਸ ਡਿਲੇਡ ਜਸਟਿਸ ਡਿਨਾਈਡ, ਜਿਹੜਾ ਦੇਰ ਨਾਲ ਇਨਸਾਫ ਮਿਲੇ ਉਸ ਨੂੰ ਇਨਸਾਫ ਨਹੀਂ ਕਹਿੰਦੀ। ਵਾਕਈ ਸਹੀ ਗੱਲ ਹੈ। 35 ਸਾਲ, ਅੱਜ 36 ਸਾਲ ਹੋ ਗਏ 84 ਜਿਹੜੇ ਜੈਨੋਸਾਈਡ ਹੋਏ ਸਨ, ਜਿਹੜੇ ਜ਼ਾਲਮ ਸਰਕਾਰ ਨੇ ਇਹ ਹਮਲੇ ਕੀਤੇ ਸਨ, ਤੇ ਹਾਲੇ ਤੱਕ ਉਸ ਦੀਆਂ 3 ਪੁਸ਼ਤਾਂ ਵੀ ਤੁਰ ਜਾਂਦੀਆਂ ਨੇ, ਜਵਾਨੀ ਵਿੱਚ ਫਿਰ ਬੁਢਾਪੇ ਵਿੱਚ। ਹਾਲੇ ਤੱਕ ਸਾਨੂੰ ਇਨਸਾਫ ਨਹੀਂ ਮਿਲਿਆ। ਪਰ ਮੈਨੂੰ ਉਮੀਦ ਨਹੀਂ ਹੈ ਇਹਨਾਂ ਜ਼ਾਲਿਮ ਸਰਕਾਰਾਂ ਤੋਂ, ਵਿਕੇ ਹੋਏ ਲੀਡਰਾਂ ਤੋਂ ਕਿ ਸਾਨੂੰ ਇਨਸਾਫ ਮਿਲੇਗਾ। ਇਨਸਾਫ ਲੈਣ ਵਾਸਤੇ ਸਾਨੂੰ ਆਪਣੇ ਹੱਕ ਦੀ ਲੜਾਈ ਖੁਦ ਲੜਨੀ ਪੜੇਗੀ। ਉਹਦੇ 'ਚ ਕੀ ਹੋਏਗਾ ਕਿ ਸਾਡੀ ਜਿਹੜੇ ਸਾਨੂੰ ਜਤਲਾਇਆ ਜਾਂਦਾ ਕਿ ਤੁਸੀਂ 2% ਤੋਂ 2%, ਮੈਂ ਕਹਿੰਦਾ ਭਲੇ ਹੋ ਯਾਰ, 2% ਹੀ ਇਕੱਠੇ ਹੋ ਜਾਓ, ਅਸੀਂ ਆਪਣੇ ਹੱਕ ਦੀ ਲੜਾਈ ਆਪ ਲੜ ਜਾਵਾਂਗੇ। 2% ਹੀ ਅਸੀਂ ਇਕਮਿੱਠ ਹੋ ਕੇ ਅਗਰ ਲੜੀਏ ਨਾ, ਉਹਦੇ ਵਿੱਚ ਸਾਡੇ ਸਮਾਜਿਕ ਲੀਡਰ, ਰਾਜਨੀਤਿਕ ਲੀਡਰ ਸਾਡੇ ਨਾਲ ਆ ਕੇ ਖੜੇ ਹੋ ਜਾਣ, ਤਾਂ ਮੈਂ ਕਹਿੰਦਾ ਜ਼ਰੂਰ ਜ਼ਾਲਮ ਨੂੰ ਸਜ਼ਾ ਮਿਲ ਸਕਦੀ ਹੈ। ਅਲਬੱਤਾ ਜਿੰਨੀ ਦੇਰ ਇਹ ਕੌਮ ਦੇ ਲੀਡਰ ਗਰਦਾਰ ਰਹਿਣਗੇ, ਕੌਮ ਦੇ ਆਗੂ ਸਾਡੇ ਵਿਕੇ ਹੋਣਗੇ, ਇੰਨੀ ਦੇਰ ਸਾਨੂੰ ਜਿੰਨੀਆਂ ਮਰਜ਼ੀਆਂ ਅਸੀਂ ਕੁਰਬਾਨੀਆਂ ਕਰ ਦਈਏ, ਪਰ ਸਾਨੂੰ ਇਸ ਸਰਕਾਰਾਂ ਜੋ ਪਿਛਲੀਆਂ, ਜੋ ਅੱਜ ਦੀਆਂ, ਜੋ ਆਉਣ ਵਾਲੀਆਂ, ਉਹਨਾਂ ਦਾ ਕਹਿ ਨਹੀਂ ਸਕਦਾ, ਪਰ ਇਹਨਾਂ ਸਰਕਾਰਾਂ ਕੋਲ ਸਾਨੂੰ ਇਨਸਾਫ ਦੀ ਕੋਈ ਉਮੀਦ ਨਹੀਂ ਹੈ, ਕਿਉਂਕਿ ਸਾਡੇ ਖੁਦ ਦੇ ਨੁਮਾਇੰਦੇ ਵਿਕੇ ਹੋਏ ਹਨ। ਤਾਂ ਕਰਕੇ ਉਹ ਹੈਵੀ ਹਨ ਸਾਡੇ ਤੇ। ਕੋਈ ਗੱਲ ਨਹੀਂ, ਕਲਗੀਧਰ ਪਾਤਸ਼ਾਹ ਨੇ 40 ਨਾਲ ਚਮਕੌਰ ਦੀ ਗੜੀ 10 ਲੱਖ ਨਾਲ ਟਾਕਰਾ ਕੀਤਾ ਸੀ, ਜਿੱਤ ਪ੍ਰਾਪਤ ਕੀਤੀ ਸੀ। ਅਸੀਂ ਵੀ ਇਸੇ ਤਰ੍ਹਾਂ ਉਹਨਾਂ ਦੇ ਨਕਸ਼ੇ कदम से चल के एक जित एक न एक दिन जरूर प्राप्त कराएंगे। किस तरीके की लड़ाई की बात करते हैं आप? उस वक्त का अगर आप बात करें गुरु गोविंद सिंह महाराज के टाइम की, वो लड़ाई अलग थी। अब आप किस तरीके की लड़ाई की बात कर रहे हैं? हाँ, 2% इकट्ठे होकर क्या लड़ाई, किस तरीके की लड़ाई की बात? बिल्कुल, क्यों उस टाइम भी यही हालात सन। उस टाइम भी गुरु साहब दे कोलों सिंह बागी हो गए सन, ਜਿਹੜੇ 40 ਮੁਕਤਸਰ, ਜਿਹੜੇ ਤੁਸੀਂ ਇੱਕ ਮਾਗੀ ਦੇ ਮੇਲੇ ਤੇ ਜਿਹੜੇ ਮੁਕਤਸਰ ਜਿਹੜੇ 40 ਸਿੰਘ ਜਿਹੜੇ ਸ਼ਹੀਦ ਹੋਏ ਸਨ, ਉਹ ਵੀ ਕਿਸੇ ਟਾਈਮ ਬਦਾਵਾ ਦੇ ਕੇ ਗੁਰੂ ਸਾਹਿਬ ਤੋਂ ਬਾਗੀ ਹੋ ਚੁੱਕੇ ਸਨ, ਇਤਿਹਾਸ ਵਿੱਚ ਜੋ ਲਿਖਿਆ ਹੈ। ਪਰ ਫਿਰ ਵੀ ਗੁਰੂ ਸਾਹਿਬ ਦੇ ਨਾਲ ਉਹ ਸਿੰਘ ਦੇ ਲਾਸਟ ਉੱਥੇ ਸਰਸਾ ਤੋਂ ਨਿਕਲਦੇ 40-42 ਸਿੰਘ ਜਿਹੜੇ ਗੁਰੂ ਸਾਹਿਬ ਨਾਲ ਚਮਕੌਰ ਦੀ
ਗੜੀ ਵਿੱਚ 10 ਲੱਖ ਫੌਜ ਨਾਲ ਟੱਕਰਨਾ, 10 ਲੱਖ ਖਾली मुगलाई फौज नहीं सी, नहीं, अब पहाड़ी हिंदू राजे अब आज हमारी किस फौज से लड़ाई है? आज किस फौज से लड़ेंगे? आज तो वैसी लड़ाई कोई है नहीं, मुझे नहीं दिखती है। नहीं है ना लड़ाई, तुसी देख लो ਤੁਹਾਡੇ ਸਾਹਮਣੇ क्यों नहीं दिख रही। मैं कहता पूरा मीडिया अगर सही इंसाफ ਨਾਲ ਗੱਲ ਕਰੇ ਤਾਂ ਲੜਾਈ ਕਿਉਂ ਨਹੀਂ ਦਿਖੇਗੀ? ਲੜਾਈ ਦਿਖ ਰਹੀ ਹੈ। ਅਸੀਂ ਸੰਤਾਂ ਦਾ ਪੋਸਟਰ, ਜਿਹੜੀ ਸੰਤਾਂ ਦੀਆਂ ਤਸਵੀਰਾਂ ਹਰ ਸਾਲ ਲਗਾਉਂਦੇ ਸੀ, ਇਸ ਸਾਲ ਕਿਹੜੀ ਕਿ ਅਸਮਾਨ ਟੁੱਟ ਕੇ ਥੱਲੇ ਆ ਗਿਆ ਸੀ ਕਿ ਇਸ ਟਾਈਮ ਤੁਸੀਂ ਸਮਾਗਮ ਨਹੀਂ ਹੋਣ ਦੇਣਾ। ਜੇ ਅਸੀਂ 32 ਸਾਲਾਂ ਤੋਂ ਸਮਾਗਮ ਕਰ ਰਹੇ ਹਾਂ, ਪੂਰੇ ਸਾਡੇ ਮੀਡੀਆ ਵਿੱਚ ਜਾ ਰਿਹਾ ਹੈ। ਮੈਂ 2014 ਦੀ ਜਿਹੜੀ ਮੈਂ ਤੁਹਾਨੂੰ ਹੋਰਡਿੰਗ ਦੱਸ ਰਿਹਾ, ਉਹ ਪਹਿਲਵਾਨ ਜਿਹੜੀ ਹੈ ਗਾਂਧੀ ਨਗਰ, ਉਹਦੇ ਸਾਹਮਣੇ 20/10 ਦੀ ਹੋਰਡਿੰਗ ਜਿਹੜੀ ਇਹਨਾਂ ਨੇ ਸੰਤਾਂ ਦੀ ਪੋਸਟਰ ਉੱਥੇ ਉਤਾਰਿਆ ਸੀ ਰਾਣੀ ਬਾਗ। ਇਹ 2015 ਦੀ ਗੱਲ ਹੈ। 2014 ਵਿੱਚ ਮੈਂ ਪਹਿਲਵਾਨ ਦੀ ਗਾਂਧੀ ਨਗਰ ਦੇ ਸਾਹਮਣੇ 20/10 ਦੀ ਹੋਰਡਿੰਗ ਲਗਾਈ, ਫਤਿਹ ਸਿੰਘ ਗੁਰਦੁਆਰੇ ਲੱਗੇ, ਉਦੋਂ ਕੁਝ ਨਹੀਂ ਹੋਇਆ। ਜਦੋਂ 2015 ਨਵਾਂ ਚਿਹਰਾ ਸਰਕਾਰ ਦਾ ਆਉਂਦਾ ਤੇ ਤੁਸੀਂ ਇਹ ਦੁਰਮਤੀ ਕਰੋਗੇ ਤੇ ਇਹ ਜੰਗ ਨਹੀਂ ਤੇ ਹੋਰ ਕੀ ਹੈ? ਇਹ ਤੇ ਜੰਗ, ਇਹ ਤੇ ਇਨਸਾਫ ਵਾਲੀ ਗੱਲ ਹੀ ਨਹੀਂ। ਸਾਡੇ ਤੇ ਤੁਹਾਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਗਈ। कौन दबा रहा है? पहले कांग्रेस की बात की जाती थी, आज भाजपा की सरकार है। आपको लगता क्या है कि आपको ज्यादा परेशानी किससे है? ਸਾਨੂੰ ਦੇਖੋ परेशानी सारे इसे करके वो लिखा ना, किसने लिखते लिखी है, इसे करके तेरी साढ़े नाल बनती नहीं सरकार है, बनती नहीं। तुसी धक्का करोगे जिथे देखो। ਅਸੀਂ मैं एक गल जरूर दसा, जिथे गवर्नमेंट ने चंगियां गल्लां कीतियां उत्थे ਅਸੀਂ ਉਹਨਾਂ ਨੂੰ सलाम भी करते हैं, सल्यूट भी करते हैं, उत्थे ਅਸੀਂ ਉਹਨਾਂ ਨਾਲ खड़े भी हाँ। पर जिथे तुसी धक्का करोगे, अगर ਅਸੀਂ उत्थे फिर खड़े रहिए, फिर ਅਸੀਂ सिख खाने के हकदार नहीं। क्योंकि गुरु साहब ने सिख कौम ਨੂੰ ਹਦਾਇਤ ਦਿੱਤੀ ਸੀ ਕਿ ਜਿੱਥੇ ਜ਼ੁਲਮ ਹੋਏ ਉਹਦੇ ਸਾਹਮਣੇ ਡਟ ਕੇ ਖੜਾ ਹੋਣਾ। ਤੇ ਸਾਡੇ ਨਾਲ ਕੋਈ ਜ਼ੁਲਮ ਕਰਦਾ ਰਹੇ, ਅਸੀਂ ਚੁੱਪ ਕਰਕੇ ਸਹਿਨ ਕਰੀ ਜਾਈਏ, ਉਹ ਮੈਂ ਕਹਿੰਦਾ ਸਭ ਤੋਂ ਵੱਡਾ ਮਹਾਪਾਪ ਆ ਸਾਡੇ ਲਈ। ਇਸ ਕਰਕੇ ਗੁਰੂ ਸਾਹਿਬ ਦੀ ਬਣਾਈ ਹੋਈ ਵਿਉਂਤ ਅਨੁਸਾਰ ਅਸੀਂ ਆਪਣੇ ਹੱਕ ਲਈ ਜ਼ਰੂਰ ਲੜਾਂਗੇ। ਪਹਿਲਾ ਜਿਹੜਾ ਸਮਾਂ ਸੀ ਦਸਮ ਪਾਤਸ਼ਾਹ ਦਾ, ਉਹ ਆਪਣੇ ਹੱਕਾਂ ਨਾਲ ਲਈ ਸੀ। ਉਹ ਇਸ ਦੇਸ਼ ਦੀ ਰਾਖੀ ਲਈ, ਇਸ ਦੇਸ਼ ਦੀ ਜਿਹੜੀ ਇੱਜ਼ਤ ਮੁਗਲ ਬਾਦਸ਼ਾਹ ਹੈ, ਮੁਗਲ ਹੁਕਮਰਾਨਾਂ ਲੁੱਟ ਕੇ ਲੈ ਜਾਂਦੇ ਸਨ। ਉਹਨਾਂ ਦਾ ਮਾਲ, ਉਹਨਾਂ ਦਾ ਜੋ ਵੀ ਸਫਾ ਸਮਾਨ ਸੀ, ਮੁਗਲਈ ਹੁਕੂਮਤ ਜਿਹੜੀ ਹਿੰਦੁਸਤਾਨ ਦੇ ਆ ਕੇ ਚੜ੍ਹ ਕੇ ਲੁੱਟ ਕੇ ਲੈ ਜਾਂਦੀ ਸੀ। ਤੇ ਉਹ ਗੁਰੂ ਸਾਹਿਬ ਦੇ ਖਾਲਸੇ ਸਨ, ਜਿਹੜੇ ਦੂਜੇ ਧਰਮ ਦੀ ਇੱਜ਼ਤ ਨੂੰ ਬਚਾਉਣ ਲਈ ਕਿਤੇ ਕਿਸੇ ਜਗ੍ਹਾ ਗੁਰੂ ਸਾਹਿਬ ਨੇ ਆਪਣੇ ਪਿਤਾ ਨੂੰ ਵਾਰਿਆ, ਕਿਤੇ ਇਸੇ ਹਿੰਦੁਸਤਾਨ ਦੀ ਅਜ਼ਮਤ ਦੀ ਖਾਤਰ ਗੁਰੂ ਸਾਹਿਬ ਨੇ ਆਪਣੇ ਬੱਚਿਆਂ ਨੂੰ ਵਾਰਿਆ। ਅੱਜ ਜੰਗ ਜਿਹੜੀ ਹੈ ਉਹ ਸਾਡੀ ਆਪਣੀ ਹੈ। ਅਸੀਂ ਆਪਣੀ ਖਾਤਰ ਜਿਹੜੀ ਇਹ ਲੜਾਈ ਲੜ ਸਕਦੇ ਹਾਂ ਇਨਸਾਫ ਲਈ। ਜੰਗ ਇਹ ਨਹੀਂ ਕਿ ਅਸੀਂ ਐਟਮ ਬੰਬ ਚਲਾ ਦੇਵਾਂਗੇ ਜਾਂ ਗੋਲੀਆਂ ਚਲਾ ਦੇਵਾਂਗੇ। ਜੰਗ ਇਸ ਟਾਈਮ ਕਲਮ ਦੀ ਹੈ ਕਿ ਜਿੱਥੇ ਸਾਨੂੰ ਸਾਡੇ ਨਾਲ ਧੱਕਾ ਹੁੰਦਾ, ਉੱਥੇ ਅਸੀਂ ਇਹ ਗੁਹਾਰ ਸਰਕਾਰਾਂ ਕੋਲੋਂ ਲਗਾਉਣ ਤੋਂ ਅਸੀਂ ਆਪਣੇ ਹੀ ਨੁਮਾਇੰਦੇ, ਬਰਾਦਰੀ, ਭਾਈਚਾਰਾ, ਆਪਣੇ ਲੀਡਰਸ਼ਿਪ ਤੇ ਅਸੀਂ ਅਗਰ एकजुट हो जाइए, यूनिटी हो जाए, तो साड़ी जंग जड़ी ऐसी आप आराम ना जीत सकते। आप कह रहे हैं कि आप कौम की लड़ाई लड़ने के लिए खड़े हैं, आप कौम की बात कर रहे हैं, लेकिन सवाल ये उठता है, आप पर इल्ज़ाम उठाए जाते हैं, आप पर इल्ज़ाम लगाए जाते हैं कि आप कहीं ना कहीं कम्युनिटी का नुकसान करवा रहे हैं, आप लोगों को गलत राह पर लेकर के जा रहे हैं। देखो जिले तुसी किसी चीज़ की किसी आवाज़ उठाओगे किसी के हक ਲਈ ਤਾਂ ਫਿਰ ਇਲਜ਼ਾਮ ਤੇ ਲੱਗਣਗੇ। ਜੇ ਤੁਸੀਂ ਤੁਰ ਹੀ ਬੈਠੇ ਹੋ ਘਰੋਂ ਨਿਕਲ ਕੇ ਕਿ ਮੈਂ ਸੇਵਾ ਕਰਨ ਲਈ ਤੁਰਿਆ, ਕੌਮ ਦੀ, ਬਰਾਦਰੀ ਦੀ, ਆਪਣੇ ਸਮਾਜ ਦੀ, ਆਪਣੇ ਪੰਥ ਦੀ, ਤੇ ਫਿਰ ਇਲਜ਼ਾਮ ਦੇ ਫਿਰ ਪਰਵਾਹ ਨਹੀਂ ਕਰਨੀ। ਇਲਜ਼ਾਮ ਤਾਂ ਤੁਸੀਂ ਸੰਤ ਜਰਨੈਲ ਸਿੰਘ ਨੂੰ ਨਹੀਂ ਛੱਡਿਆ, ਪਿੰਡਰਾਂ ਵਾਲਿਆਂ ਪਰ ਵੀ ਲਗਾਏ। ਇਹ ਕਾਂਗਰਸ ਦੇ ਏਜੰਟ ਸਨ ਜਿਨ੍ਹਾਂ ਨੇ 3 ਦਿਨ ਪੂਰੇ ਵਰਲਡ ਵਿੱਚ ਇਹੋ ਜਿਹਾ ਕੋਈ ਇਤਿਹਾਸ ਨਹੀਂ ਹੈ ਕਿ 3 ਦਿਨ ਇੰਨੀ ਬਖਤਰਬੰਦ ਜਿਹੜੀ ਲੜਾਈ, ਇੱਕ ਇੰਨੀ ਐਟਮ ਸ਼ਕਤੀ ਨਾਲ ਲੜਾਈ ਲੜਨੀ 3 ਦਿਨ, ਤੇ ਉਹ ਬੜੀ ਵੱਡੀ ਗੁਰੂ ਸਾਹਿਬ ਦੀ ਕਿਰਪਾ ਸੀ। ਇਸ ਕਰਕੇ ਇਲਜ਼ਾਮਾਂ ਦੀ ਪਰਵਾਹ ਨਹੀਂ ਕਰਨੀ। ਜੇ ਤੁਸੀਂ ਘਰੋਂ ਨਿਕਲ ਗਏ ਹੋ ਸੇਵਾ ਕਰਨ ਲਈ, ਫਿਰ ਇਲਜ਼ਾਮ ਨੂੰ ਛਿੱਕੇ ਟੰਗ ਦਿਓ। ਇਲਜ਼ਾਮ ਲੋਕਾਂ ਦੀ ਫਿਤਰਤ ਲਗਾਣੀ। ਇਲਜ਼ਾਮ ਵੀ ਬੰਦਾ ਉਹੀ ਲਗਾ ਸਕਦਾ ਹੈ ਜਿਹੜੇ ਜਿਹਦੇ ਅੰਦਰ ਇਨਸਾਨੀਅਤ ਨਾ ਹੋਵੇ ਜਾਂ ਉਹ ਅੰਦਰ खुद बिका होवे, क्योंकि जरा सही बंदा वो कदे दूजे ते इल्जाम नहीं लगा सकता। अब हम बात करेंगे इस मुद्दे पर, जसजीत के मुद्दे पर बात करेंगे। टॉपिक से हट रहे थे। आपने उस दौरान क्या देखा? जसजीत की शहादत के टाइम क्या देखा आपने? क्या हालात थे उस वक्त और क्या हालात बनाए गए, वो किस तरीके से हालात तैयार किए गए, उस वक्त का मंजर क्या था? जसजीत सिंह की शहादत जिस दिन हुई, बड़ी मैं कह सकदा कि उन्हां नौजवानों नूं मैं तां सलाम करदा, तुहाडे जज्बे नूं सलाम है ਸਿੰਘੋ। बड़ा जोश तुसीं दिखाया, बहुत निडर हो के तुसीं अगे वितरे। ਜਿਹੜੇ कि घर विच अवेसले होए पे सन, जिन्हां नूं कदे सोचिਆ भी नहीं सी होना कि ਅਸੀਂ
ਇਸ ਇੱਕ ਅਵੇਸਲੀ ਜ਼ਿੰਦਗੀ 'ਚ ਅਸੀਂ ਆਪਣੀ ਇਹ ਬਸਰ ਕਰ ਲਵਾਂਗੇ। ਉਹ ਲੋਕ ਵੀ, ਉਹ ਨੌਜਵਾਨੀ ਵੀ ਉੱਠ ਕੇ ਸਾਹਮਣੇ ਆਈ ਸਰਕਾਰਾਂ ਨਾਲ ਟੱਕਰ ਲੈਂਦੀ, ਸਰਕਾਰਾਂ ਨੂੰ ਟੱਕਰ ਦੇਣ ਵਾਸਤੇ। ਬੜੀ ਵੱਡੀ ਮੁਬਾਰਕ ਵਾਲੀ ਗੱਲ ਸੀ ਕਿ ਜਦੋਂ ਇੱਕ ਟਾਈਮ ਸੀ ਕਿ ਸੰਤ ਜਰਨੈਲ ਸਿੰਘ ਜੀ ਨੇ ਆਵਾਜ਼ ਲਗਾਈ ਸੀ 84 ਦੇ ਟਾਈਮ ਤੇ ਜਵਾਨੀ ਸਾਰੀ ਖੜੀ ਹੋ ਕੇ ਤੁਰ ਪਈ ਸੀ। ਅੱਜ ਉਹਨਾਂ ਦੀ ਤਸਵੀਰ ਦੀ ਬੇਰੁਖੀ ਹੋਣ ਦੇ ਕਰਕੇ ਜਿਹੜੇ ਘਰ ਵਿੱਚ ਆਪਣੇ ਆਪ ਨੂੰ ਟੋਟਲ ਖਤਮ ਕਰ ਚੁੱਕੇ ਸਨ, ਕਹਿੰਦੇ ਸਨ ਅਸੀਂ ਹੁਣ ਮਤਲਬ ਖਤਮ ਹਾਂ, ਜੀ ਨਹੀਂ ਸਕਦੇ, ਉਹ ਨੌਜਵਾਨ ਵੀ ਜਜ਼ਬਾ ਭਰ ਕੇ ਉਸ ਰਾਹ ਤੇ ਤੁਰੇ ਤੇ ਬੜੀ ਵੱਡੀ ਪੱਧਰ ਤੇ ਉਹਨਾਂ ਨੇ ਉਹ ਜੰਗ ਲੜੀ। ਤੇ ਉਹ ਬਦਕਿਸਮਤੀ ਸਾਡੀ ਇਸ ਕਰਕੇ ਸੀ ਕਿ ਸਾਡੇ ਕੁਝ ਲੀਡਰ, ਮੈਂ ਫਿਰ ਉਹੀ ਗੱਲ ਕਰਦਾ ਕਿਉਂਕਿ ਮੈਨੂੰ ਇਸ ਕਰਕੇ ਹੁੰਦਾ ਹੈ ਕਿ ਜਦੋਂ ਤੁਹਾਨੂੰ ਅਸੀਂ ਲੀਡਰ ਮੰਨ ਲਈਏ, ਫਿਰ ਤੁਸੀਂ ਉਸ ਲੀਡਰਸ਼ਿਪ ਤੇ ਪੂਰੇ ਖਰੇ ਨਾ ਉਤਰੋ, ਉਹ ਤੁਸੀਂ ਕੋਮ ਨਾਲ वफादारी ना कर जाओ तो फिर जवानियां बहुत जवानियां जड़ियां उस वक्त का मुझे मंजर बताएं जब गोली चली, क्या हालात बने, कैसे गोली चली, क्या हुआ, क्या था उस वक्त की बात आपको मालूम हो अगर कि क्यों गोली चलाना पड़ी, क्या हालात बने हुए थे, कैसे गोली चली, उसके बारे में थोड़ा सा। वो मैं ਤੁਹਾਨੂੰ जरूर डिटेल दस सकदा। मैं 2-3 ਵਾਰ ਅੱਗੇ ਵੀ ਬੋਲੀ ਸੀ। ਜਦੋਂ 4 ਜੂਨ ਨੂੰ ਇਹ ਜਸਜੀਤ ਦੀ ਸ਼ਹੀਦੀ ਹੁੰਦੀ ਹੈ, ਸ਼ਹੀਦੀ ਤੋਂ ਕੋਈ 2-3 ਘੰਟੇ ਪਹਿਲਾਂ ਜਦੋਂ ਅਸੀਂ ਉਸ ਰਾਣੀ ਬਾਗ ਤੇ ਉਸ ਜਗ੍ਹਾ ਦੇ ਥਾਂ ਤੇ ਖੜੇ ਸੀ ਜਿੱਥੇ ਇਹ ਪੋਸਟਰ ਵਿਵਾਦ ਦੇ ਕਰਕੇ ਜਿਹੜਾ ਸੰਤਾਂ ਦੀ ਪੋਸਟਰ ਨੂੰ ਉਤਾਰਿਆ ਗਿਆ ਸੀ, ਗੋਲੀ ਚੱਲਣ ਤੋਂ 2-2.5 ਘੰਟੇ ਪਹਿਲਾਂ ਐਸਐਸਪੀ ਉੱਤਮ ਚੰਦ, ਜਿਹੜਾ ਕਾਤਲ ਅੱਜ ਦੀ ਡੇਟ ਵਿੱਚ ਸਿੱਖਾਂ ਦੀ ਨਜ਼ਰ ਵਿੱਚ, ਸਿੱਖ ਕੌਮ ਦੇ ਨਜ਼ਰ ਵਿੱਚ ਕਾਤਲ ਅਤੇ ਹੈਵਾਨ ਹੈ, ਉਹ ਉਸ ਟਾਈਮ ਉੱਥੇ ਖੜਾ ਸੀ। ਮੇਰੀ ਘੱਟ ਤੋਂ ਘੱਟ ਉਹਦੇ ਨਾਲ 40 ਮਿੰਟ ਉਹਦੇ ਨਾਲ ਬਹਿਸ ਹੋਈ, बड़ी टाक हुई। मैं उन्होंने कहा भी, मैं क्या आप जम्मू के एसएसपी हो पूरे प्रोविंस के, तो सर जम्मू डिस्ट्रिक्ट के सारे, तो वो कहता कि मैं यहाँ पर पोस्टर लगने नहीं दूंगा। मैं क्या ये गाड़ीगढ़ सिखों की बस्ती है, यहाँ पे नहीं लगे तो कहाँ पे लगेंगे। वो मैंने बार बार कहे जे तू सिंबल 1000-2000 लगा दे पर इतने नहीं लगन देना। मैंने क्या, मैं क्या हर साल लगते सी, असी सिटी तक लगाए, ऊपर तक लगाए, अज की हो गया। तो ਉਹਦੇ ਚ ਨਾ 2-3 ਨੌਜਵਾਨ ਮੁੰਡੇ ਸੀ, 16-17 ਸਾਲ ਦੇ, ਉਹਨੇ ਚੱਕੇ ਹੋਏ ਸੀ। ਤੇ ਉਹਦੇ ਚ ਸਾਡੇ ਬੜੇ, ਮੈਂ ਕਹਿੰਦਾ ਡਾਇਨਾਮਿਕ ਲੀਡਰ ਕਹਿ ਵੀ ਸਕਦਾ, ਦਰਦੀ ਵੀ ਕਹਿ ਸਕਦਾ, ਕੁਲਦੀਪ ਸਿੰਘ ਜੋ ਅੱਜ ਸਾਡੇ ਵਿੱਚ ਨਹੀਂ ਹਨ, ਉਹ ਵੀ ਇਹਨਾਂ ਨੇ ਅਰੈਸਟ ਕੀਤੇ ਹੋਏ ਸਨ। ਮੈਂ ਉਹ ਐਸਐਸਪੀ ਉੱਤਮ ਚੰਦ ਨੂੰ ਬੋਲਿਆ, ਮੈਂ ਕਿਹਾ ਤੂੰ ਬੰਦੇ ਛੱਡ ਦੇ ਸਾਡੇ। ਉਹਦਾ ਇੱਕ ਲਫ਼ਜ਼ ਸੁਣੋ ਉਹਨੇ ਕੀ ਬੋਲਿਆ, ਕਹਿੰਦਾ ਅਗਰ मैं इनको छोड़ूंगा तो मैं सिखों की नजर में गिर जाऊंगा, मैं इनके नीचे लग जाऊंगा। ਮੈਂ ਕਦੇ ਉਹਦੀ ਚਿਹਰੇ ਵੱਲ ਵੇਖਾਂ, ਕਦੇ ਸੋਚਾਂ, ਮੈਂ ਕਿਹਾ ਯਾਰ ਕਾਹਦਾ ਐਸਐਸਪੀ ਹੈ ਜਿਹੜਾ ਇੰਨੀ ਗੱਲ ਸੋਚ ਕੇ ਕਹਿੰਦਾ ਕਿ ਮੈਂ ਸਿੱਖਾਂ ਨੂੰ ਛੱਡਾਂਗਾ ਤਾਂ ਮੈਂ ਉਹਨਾਂ ਦੇ ਥੱਲੇ ਲੱਗ ਜਾਵਾਂਗਾ। ਮੈਂ ਫਿਰ ਉਹਨੂੰ ਇੱਕ ਗੱਲ ਪੁੱਛੀ, ਮੈਂ ਕਿਹਾ ਸਰ ਮੇਰੀ ਬਾਤ ਸੁਣੋ, ਜਿਹੜਾ ਲਫ਼ਜ਼ ਮੈਂ उस टाइम बोले थे मैं क्या आप एसएसपी जम्मू के आप कितने लोगों को अरेस्ट करते हो, हिंदू मुस्लिम सिख जो भी क्राइम वगैरह जो भी कुछ करते हैं, उनको छोड़ते नहीं हो क्या, उनके नीचे लग जाते हो आप? कानून भी कोई चीज है कि नहीं? आपके ऊपर आपका बाप बैठा कोर्ट, वो फैसला नहीं करता। अगर आप अरेस्ट करके कोर्ट में डालोगे, जेल में डालोगे, तो कोर्ट तो उनको छोड़ेगा ना, वो जज अंधे थोड़ी बैठे। अगर आप अंधे हो तो जज थोड़ी अंधा बैठा है, वो तो इंसाफ करेगा, वो देखेगा क्या गलत है क्या सही है, तो छोड़ देगा वो बच्चों को। तो आप क्या सिखों के नीचे लग जाओगे? मैं क्या, ਉਹਨੂੰ ਬਸ ਦਿਮਾਗ ਤੇ ਹੀ ਸੀ ਕਿ ਮੈਂ ਕਿਸੇ ਤਰ੍ਹਾਂ ਕਰਕੇ, ਫਿਰ ਖੈਰ ਬੜੀ ਬਹਿਸ ਨਾਲ ਕਹਿੰਦਾ ਤੂੰ ਮੁੰਡੇ ਪਿੱਛੇ ਕਰ ਕਿਲੇ ਸਾਹਿਬ। ਬਾਕੀ ਮੈਂ ਉਸ ਟਾਈਮ ਸਾਰੇ ਸਿੰਘਾਂ ਨੂੰ ਬੋਲਿਆ, ਮੈਂ ਕਿ ਤੁਸੀਂ ਥੋੜੇ ਜਿਹੇ ਪਿੱਛੇ ਹੋ ਜਾਓ ਤੇ ਮੈਂ ਬੱਚਿਆਂ ਨੂੰ ਛਡਾ ਕੇ ਲਾਂਦਾ। ਇਹਨੇ ਮੈਨੂੰ ਭੇਜਿਆ ਉੱਥੇ, ਮੇਰੇ ਨਾਲ ਇੱਕ ਡਿਗਿਆਨੇ ਤੋਂ ਬਜ਼ੁਰਗ ਸਨ, ਕਾਮਰੇਡ ਸਾਹਿਬ, ਮੈਨੂੰ ਨਾਮ ਭੁੱਲ ਗਿਆ ਉਹਨਾਂ ਦਾ। ਅਸੀਂ ਦੋਨੋਂ ਗਏ ਉੱਥੇ ਜਾ ਕੇ ਮਚਲਕੇ ਭਰ ਰਹੇ ਸੀ। ਤੇ ਤਰਲੋਚਨ ਸਿੰਘ ਵਜ਼ੀਰ ਨੇ, ਮੇਰੇ ਨਾਲ ਸੀ ਮਨਜੀਤ ਸਿੰਘ, ਜਿਹੜੇ ਜਿਨ੍ਹਾਂ ਦੀ ਡੈਥ ਹੋ ਗਈ ਹੈ, ਐਕਸ ਸੈਕਟਰੀ ਡੀਜੀਪੀਸੀ ਦੇ ਸਿੰਬਲ ਤੋਂ, ਉਹ ਮੇਰੇ ਨਾਲ ਗੱਡੀ ਲੈ ਕੇ ਉਹਨਾਂ ਨਾਲ ਮੈਂ ਗਿਆ। ਤੇ ਉਹਨਾਂ ਨੂੰ ਤਰਲੋਚਨ ਸਿੰਘ ਵਜ਼ੀਰ ਦਾ ਫੋਨ ਆਇਆ, ਅੱਜ ਵਿਚਾਰੇ ਉਹਨਾਂ ਦੀ ਡੈਥ ਹੋ ਗਈ ਹੈ, ਮਨਜੀਤ ਸਿੰਘ ਹੋਰਾਂ ਦੀ, ਜਿਹੜੀ ਉਹਨਾਂ ਦੀ ਵਡਿੰਗ ਸੀ। ਮੈਨੂੰ ਕਹਿੰਦਾ ਮਨਜੀਤ ਸਿੰਘ ਹੋਰ ਕਹਿੰਦੇ ਕਿੱਥੇ? ਮੈਂ ਕਿਹਾ ਮਚਲਕੇ ਭਰੇ ਜਦੋਂ ਬਾਅਦ ਬੱਚੇ ਆਉਣ ਵਾਲੇ। ਉਸ ਤੋਂ ਬਾਅਦ ਮੈਂ ਜਾਣਾ ਸੀ ਤ੍ਰਿਕੁਟਾ ਨਗਰ ਥਾਣੇ ਕੁਲਦੀਪ ਸਿੰਘ ਨੂੰ ਰਿਹਾ ਕਰਨ ਵਾਸਤੇ, ਜਿਹੜੀ ਮੈਨੂੰ ਇਹਨਾਂ ਨੇ ਡਿਊਟੀ ਲਗਾਈ ਸੀ। ਮੈਂ ਕਿਹਾ ਪਹਿਲੇ ਇਹਨਾਂ ਨੂੰ ਰਿਹਾ ਕਰਾਈਏ। ਜਦੋਂ ਉਹਨੂੰ ਫੋਨ ਆਇਆ ਤਰਲੋਚਨ ਸਿੰਘ ਵਜ਼ੀਰ ਦਾ ਕਿ ਅਜਮੀਰ ਕਿੱਥੇ? ਉਹਨਾਂ ਨੇ ਕਿਹਾ ਅਜਮੀਰ ਤੇ ਅੰਦਰ ਗਿਆ ਹੋਇਆ ਇੱਥੇ। ਕਹਿੰਦੇ ਇਹਨੂੰ ਬਾਹਰ ਕੱਢ, ਇਹਨਾਂ ਨੇ ਇਸ ਨੂੰ ਟਾਰਗੇਟ ਬਣਾਇਆ, ਮਾਰਨਾ ਇਸ ਨੂੰ ਹੈ। ਜਦੋਂ ਉਹਨੇ ਮੈਨੂੰ ਫੋਨ ਕੀਤਾ, ਮੈਂ ਆਪਣੀ ਅੱਖੀ ਸੀਨ ਦੇਖਿਆ। ਉਸ ਟਾਈਮ ਦਾ ਉਹ ਪਾਗਲ ਅਫਸਰ ਸੀ ਕੁਲਦੀਪ ਚੌਧਰੀ ਕਰਕੇ, ਸ਼ਾਇਦ ਐਸਐਚਓ, ਉਹਨੇ ਆਪਣੀ ਇੱਥੇ ਡੱਬ ਤੇ ਹੱਥ ਪਾ ਕੇ ਨਾ ਪਿਸਟਲ ਕੱਢਣ ਦੀ ਕੋਸ਼ਿਸ਼ ਕੀਤੀ। ਪਰ ਇੰਨੀ ਦੇਰ ਤੱਕ ਜਦੋਂ ਮੈਨੂੰ ਮਨਜੀਤ ਵੀਰ ਦਾ ਫੋਨ ਆਇਆ, ਇਤਨੀ ਦੇਰ ਮੈਂ ਉੱਥੋਂ ਨਿਕਲ ਗਿਆ।
ਉਹ ਪਿੱਛੇ ਦੌੜੇ ਤੇ ਅਸੀਂ ਗੱਡੀ ਲੈ ਕੇ ਨਿਕਲ ਗਏ। ਜਿਸ ਟਾਈਮ ਮੈਂ ਫਤਿਹ ਸਿੰਘ ਗੁਰਦੁਆਰੇ ਐਂਟਰ ਕੀਤਾ ਹੀ ਹਾਲੇ ਪਹੁੰਚਿਆ ਹੀ ਆ, ਇਸ ਟਾਈਮ ਸਾਨੂੰ ਫੋਨ ਆ ਗਿਆ ਕਿ ਗੋਲੀ ਚੱਲ ਗਈ ਹੈ ਤੇ ਇੱਕ ਸਿੰਘ ਸ਼ਹੀਦ ਹੋ ਗਿਆ। ਉਦੋਂ ਮੈਨੂੰ ਪਤਾ ਨਹੀਂ ਸੀ ਕਿ ਜਸਜੀਤ ਦੀ ਸ਼ਹੀਦੀ ਹੋ ਚੁੱਕੀ ਹੈ। ਮਤਲਬ ਮੈਂ ਇਹ ਕਹਿ ਰਿਹਾ ਕਿ ਕੁਛ ਨਾ ਕੁਛ ਦਾਲ ਵਿੱਚ ਉਹਨਾਂ ਨੇ ਇੱਕ ਕਾਲਾ ਰੱਖਿਆ ਸੀ, ਜਾਂ ਫਿਰ ਦਾਲ ਕਾਲੀ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਸੀ, ਕਿਉਂਕਿ ਪਿੱਛੋਂ ਹੀ ਹਦਾਇਤ ਸੀ ਉਹਨਾਂ ਨੂੰ ਕਿ ਕੁਛ ਨਾ ਕੁਛ ਕਰਨਾ ਹੈ। ਜਿਸ ਤਰ੍ਹਾਂ ਮੈਂ ਬੱਚੇ ਛੜਾਂ ਚਲਾ ਗਿਆ, ਅਗਰ ਮੈਂ ਇਨਕੇਸ ਬੱਚੇ ਛੜਾ ਕੇ ਲਿਆ ਛੱਡਦਾ ਤੇ ਬਾਕੀ ਮਸਲਾ ਹੱਲ ਹੋ ਜਾਣਾ ਸੀ। ਪਰ ਉਹਨੇ ਮੈਨੂੰ ਆਪੇ ਭੇਜਿਆ ਐਸਐਸਪੀ ਨੇ ਕਿ ਠੀਕ ਹੈ ਤੈਨੂੰ ਭੇਜ ਰਿਹਾ। ਤੇ ਇੱਕ ਕਾਮਰੇਡ ਸਾਹਿਬ ਸਾਡੇ ਨਾਲ ਬਜ਼ੁਰਗ ਸਨ, 70-75 ਸਾਲ ਉਮਰ ਹੈ ਉਹਨਾਂ ਦੀ, ਉਹਨਾਂ ਨੂੰ ਤੁਸੀਂ ਪੁੱਛ ਸਕਦੇ ਹੋ ਕਿਧਰੇ ਵੀ, ਉਹ ਵੀ ਨਾਲ ਭੇਜੇ ਮੇਰੇ। ਤੇ ਮਨਜੀਤ ਸਿੰਘ ਜੀ ਮੇਰੇ ਨਾਲ ਗਏ ਤੇ ਉੱਥੇ ਤਲੋਚੋ ਸਿੰਘ ਵਜ਼ੀਰ, ਸਾਡੇ TS ਵਜ਼ੀਰ ਜਿਹੜੇ ਸਟੇਟ ਬੋਰਡ ਦੇ ਚੇਅਰਮੈਨ, ਉਹਨਾਂ ਨੇ ਫੋਨ ਕਰਕੇ ਉਹਨੂੰ ਕਿਹਾ ਕਿ ਅੱਜ ਵੀ ਤੂੰ ਕੱਢ ਲੈ ਇੱਥੋਂ ਬਾਹਰ। ਤਾਂ ਮਤਲਬ ਕੁਛ ਨਾ ਕੁਛ ਮੈਂ ਕਹਿੰਦਾ ਕਿ ਪਿੱਛੋਂ ਸਰਕਾਰ ਦੀ ਜਾਂ RSS ਮੈਂ ਕਹਿ ਸਕਦਾ, ਜਿਹਦੇ ਦਬਾਅ ਥੱਲੇ ਇਹ ਉਤਮ ਚੰਦ ਸੀ, ਇਸ ਨੇ ਇੰਨੀ ਸੋਹਣੀ ਆਪਣੀ ਜਿਹੜੀ ਨੌਕਰੀ ਸੀ, ਆਫੀਸਰ ਪੂਨਾ ਸੀ, ਮੈਨੂੰ ਲੱਗਦਾ ਉਸ ਤੇ ਕਲੰਕ ਲਵਾਇਆ। ਕੋਈ ਗੱਲ ਨਹੀਂ, ਫਿਰ ਕੀ ਹੋਇਆ, ਅੱਜ DIG ਬਣ ਗਿਆ, ਕੱਲ DG ਬਣ ਕੇ ਵੀ ਰਿਟਾਇਰ ਹੋਏਗਾ ਨਾ, 60 ਸਾਲ ਦੀ ਉਮਰ ਤੋਂ ਘਰ ਵੀ ਆ ਜਾਏਗਾ, ਤਾਂ ਵੀ ਇਸਦੇ ਜ਼ਮੀਰ ਇਹਨੂੰ ਲਾਹਨਤਾਂ ਪਾਉਂਦਾ ਰਹੇਗਾ ਕਿ ਨਹੀਂ ਤੈਨੂੰ ਸਿੱਖ ਪੁਕਾਰਦੇ ਰਹੇ, ਰੋਸਮਈ ਪ੍ਰਦਰਸ਼ਨ ਵੀ ਕਰਦੇ ਰਹੇ, ਯਾਰ ਇੱਥੇ ਪੋਸਟ ਲੱਗਣਾ ਕੋਈ ਫਰਕ ਨਹੀਂ ਪੈਣਾ। ਹਰ ਸਾਲ ਲੱਗਦਾ ਸੀ, ਕੁਛ ਨਹੀਂ ਹੋਣਾ, ਕੁਛ ਨਹੀਂ ਹੋਣਾ, ਕੋਈ ਸੰਤ ਜੀ ਥੱਲੇ ਨਹੀਂ ਆਉਣ ਲੱਗੇ। ਇਹਨਾਂ ਨੂੰ ਡਰ ਸੀ। ਅੱਜ ਸੰਤਾਂ ਦੀ ਤਸਵੀਰ ਜਾਗਦੀ ਬੋਲ ਰਹੀ ਸੀ, ਪਰ ਇਹਨਾਂ ਨੂੰ ਡਰ ਸੀ ਕਿਤੇ ਸੰਤ ਜੀ ਸਾਹਮਣੇ ਨਾ ਆ ਜਾਣ। मतलब कुछ ना कुछ ते चाल है ही सी ना सरकार, वो कला के जरा इस पागल ऑफिसर दे सिर पे लगे। अब इसमें आप क्या समझते हैं? आपने RSS का नाम लिया, RSS के लोग कहते हैं हम राष्ट्रवादी लोग हैं। अगर वो राष्ट्रवादी लोग हैं, वो कहते हैं सिख धर्म की सबसे ज़्यादा अगर कोई इज्जत करता है तो वो RSS के लोग हैं, तो फिर आपने RSS का नाम जो लिया है उसमें कितनी सच्चाई है? नहीं, तुसी हुण कह रहे हो ना सोशल मीडिया ਤੇ ਜਦੋਂ ਤੁਸੀਂ ਇਸ ਬੱਚੇ ਨੂੰ ਸ਼ਹੀਦ ਕੀਤਾ ਉਦੋਂ ਤੁਹਾਨੂੰ ਯਾਦ ਨਹੀਂ ਆਈ ਕਿ ਅਸੀਂ ਗੁਰੂ ਸਾਹਿਬ ਦਾ ਨਾਮ ਲੈਂਦੇ ਆ? ਜਦੋਂ ਤੁਹਾਨੂੰ ਆਪਣੇ ਉੱਪਰ ਪਰਦਾ ਰੱਖਣਾ ਪੈਂਦਾ ਉਦੋਂ ਤੁਹਾਨੂੰ ਗੁਰੂ ਸਾਹਿਬ ਯਾਦ ਆਉਂਦੇ ਨੇ। ਜਦੋਂ ਤੁਸੀਂ ਸਿੱਖਾਂ ਤੇ ਜ਼ੁਲਮ ਕਰਦੇ ਹੋ ਉਦੋਂ ਤੁਹਾਨੂੰ ਗੁਰੂ ਸਾਹਿਬ ਦੀ ਕੁਰਬਾਨੀ ਭੁੱਲ ਜਾਂਦੀ ਹੈ। ਉਦੋਂ ਤੁਸੀਂ ਕਿੱਥੇ ਭੁੱਲ ਜਾਂਦੇ ਹੋ ਕਿ ਤੁਹਾਡੇ ਖਾਤਰ ਤੁਹਾਡੀ ਇੱਜ਼ਤਾਂ ਬਚਾਉਣ ਲਈ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਆਪਣੇ 9 ਸਾਲ ਦੇ ਪੁੱਤ ਦੇ ਸਿਰ ਦਾ ਸਾਇਆ ਹਟਾਇਆ ਸੀ, ਆਪਣੀ ਕੁਰਬਾਨੀ ਦਿੱਤੀ ਸੀ। ਉਦੋਂ ਤੁਸੀਂ ਭੁੱਲ ਜਾਂਦੇ ਹੋ। ਜਦੋਂ ਤੁਸੀਂ ਜ਼ੁਲਮ ਕਰਦੇ ਉਦੋਂ ਤੁਸੀਂ ਯਾਦ ਕਰਦੇ ਹੋ ਕਿ ਸਾਡੀ ਕੁਰਬਾਨੀ ਜਿਹੜੀ ਸਾਡੇ ਗੁਰੂਆਂ ਨੇ ਦਿੱਤੀ, ਸਿੱਖ ਧਰਮ ਨਾ ਹੁੰਦਾ ਤੇ ਅਸੀਂ ਨਾ ਹੁੰਦੇ। ਜਦੋਂ ਸਿੱਖਾਂ ਦੇ ਜ਼ੁਲਮ ਕਰਦੇ ਹੋ ਉਦੋਂ ਤੁਹਾਨੂੰ ਕੁਰਬਾਨੀ ਨਹੀਂ ਯਾਦ ਆਉਂਦੀ, ਉਦੋਂ ਕਿਉਂ ਤੁਸੀਂ ਭੁੱਲ ਜਾਂਦੇ ਹੋ? ਜਦੋਂ ਤੁਸੀਂ ਇਸ ਬੱਚੇ ਨੂੰ, ਜੇ ਤੁਸੀਂ RSS ਤੇ ਮੰਨਦੇ ਹੋ ਅਸੀਂ ਰਾਸ਼ਟਰਵਾਦੀ, ਚਲੋ ਮੈਂ ਦਾਅਵਾ ਕਰਦਾ, ਮੈਂ RSS ਲਾ ਕਹਿ ਦਿਆਂਗੇ ਕਿ RSS ਬਿਲਕੁਲ ਠੀਕ ਹੈ, ਦਵਾਓ ਇਨਸਾਫ, SSP ਉੱਤਮ ਚੰਦ ਨੂੰ ਫਾਇਰ ਟੰਗੋ, ਦਵਾਓ ਸਾਨੂੰ ਇਨਸਾਫ, ਕਹੋ ਇਸਨੇ ਗੋਲੀ ਚਲਾਈ ਹੈ, ਮੰਨ ਜਾਓਗੇ ਤੁਸੀਂ? ਕਦੇ ਨਹੀਂ ਮੰਨਣ ਲੱਗੇ, ਕਿਉਂਕਿ ਜਿਹੜਾ ਚੋਰ ਕਹਿੰਦੇ ਨਾ ਕੁੱਤੀ ਚੋਰਾਂ ਨਾਲ ਰਲ ਗਈ, ਉੱਥੇ ਹਿਸਾਬ ਹੈ। ਇਹ ਸਭ ਰਲੇ मिले हुए हैं, इन्हों को इंसाफ की कोई उम्मीद नहीं है। एक चीज कही जाती है हमेशा कि सिख और हिंदुओं का नाखून और मांस का रिश्ता है, लेकिन इस पे सवाल तब उठाए जाते हैं जब 84 का मुद्दा सामने आता है, 89 का मुद्दा सामने आता है और ये मुद्दा सामने आता है। इस वक्त सभी खड़े होकर के आगे क्यों नहीं आए, ये एक सवाल है। इस पे आप किस तरीके से सोचते हैं? बिल्कुल हिंदुओं का, हिंदू साडे कोई विरोधी नहीं है, हिंदुओं नाल साडा कोई वैर नहीं है। मोहरा वाली ने भी बड़ी जबरदस्त 17 गईयां सन, साडा हिंदू नाल कोई वैर नहीं, ये अपने नाल कोई गैर नहीं। हिंदुआं दियां सिख धर्म विच बहुत वड्डियां कुर्बानियां ना, बहुत वड्डियां जिसनूं कह सकदे। ਅਸੀਂ ਹਿੰਦੂਆਂ ਨੂੰ ਭੁੱਲੇ ਨਹੀਂ, ਅਸੀਂ ਅਹਿਸਾਨ ਫਰਾਮੋਸ਼ ਨਹੀਂ ਆ। ਭਾਈ ਟੋਡਰ ਮੱਲ ਜੀ ਦੀ ਕੁਰਬਾਨੀ, ਭਾਈ ਮੋਤੀ ਮਹਿਰਾ ਜੀ ਦੀ ਕੁਰਬਾਨੀ, ਉਹਨਾਂ ਦਾ ਪਰਿਵਾਰ ਪੂਰਾ ਕੋਲ ਵਿੱਚ ਪਿੜਿਆ ਗਿਆ। ਪੀਰ ਬੁੱਧੂ ਸ਼ਾਹ, ਮਤਲਬ ਐਸੇ ਬਹੁਤ ਹਿੰਦੂ ਮੁਸਲਮਾਨ ਜਿਨ੍ਹਾਂ ਦੀ ਸਿੱਖ ਕੌਮ ਹਮੇਸ਼ਾ ਰਿਣੀ ਰਹੇਗੀ, ਕਿਉਂਕਿ ਉਹਨਾਂ ਨੇ ਗੁਰੂ ਸਾਹਿਬ ਨਾਲ ਬਹੁਤ ਵੱਡੀਆਂ ਵਫਾਦਾਰੀਆਂ ਕੀਤੀਆਂ। ਈਵਨ ਇੱਥੇ ਤੱਕ ਕਿ ਆਪਣੇ ਪਰਿਵਾਰ ਦੇ ਇੱਕ ਬੱਚੇ ਤੱਕ ਕੁਰਬਾਨ ਕਰ ਦਿੱਤੇ। ਅਸੀਂ ਉਹਨਾਂ ਹਿੰਦੂਆਂ ਨੂੰ ਗਲੇ ਲਗਾਉਂਦੇ ਹਾਂ, ਸਲਾਮ ਕਰਦੇ ਹਾਂ। ਉਹਨਾਂ ਹਿੰਦੂਆਂ ਸਾਡਾ ਕੋਈ ਵੈਰ ਨਹੀਂ, ਉਹ ਹਿੰਦੂ ਸਮਝਦੇ ਵੀ ਹਨ, ਉਹ ਹਿੰਦੂ ਵੀਰ ਸਮਝਦੇ ਵੀ ਨੇ ਇਸ ਗੱਲ ਨੂੰ। ਪਰ ਜਿਹੜੀ ਅੱਜ ਦੀ ਜਿਹੜੀ ਕਹਿ ਸਕਦੇ ਕਤੀੜ ਹੈ ਨਾ, ਜਿਹੜੀ ਇੰਟਰਨੈਟ ਤੋਂ ਪੈਦਾ ਹੋਈ ਹੈ, ਕੁਛ ਲੋਕ, ਮੈਂ ਸਾਰੇ ਨਹੀਂ ਕਹਿ ਰਿਹਾ, ਕੁਛ ਲੋਕ ਹਿੰਦੂ ਵੀਰਾਂ ਨੂੰ ਸਾਡਾ ਸਲਾਮ ਹੈ, ਸਾਡੇ ਭਾਈ ਹਨ, ਜਿਹੜੇ ਸਿੱਖੀਜ਼ਮ ਨੂੰ ਜਾਂ ਇਨਸਾਨੀਅਤ ਨੂੰ ਸਮਝਦੇ ਆ, ਉਹਨਾਂ ਨਾਲ ਸਾਡਾ ਪਿਆਰ। ਤੁਸੀਂ ਦੇਖ ਲਓ ਪੂਰੇ ਹਿੰਦੁਸਤਾਨ ਵਿੱਚ ਐਸੇ ਹਿੰਦੂ ਵੀਰ ਮਿਲਣਗੇ ਜਿਨ੍ਹਾਂ ਦੇ ਘਰ ਸੰਤਾਂ ਦੀਆਂ ਤਸਵੀਰਾਂ ਲੱਗੀਆਂ। ਉਹ ਕੀ ਕਹੋਗੇ ਤੁਸੀਂ ਉਹਨਾਂ ਨੂੰ ਕਿ ਉਹ ਉਗਰਵਾਦੀ ਹਨ? ਉਹ ਬਾਹਰ ਵੀ ਤਾਂ ਕਟਾ ਰਹੇ ਨੇ, ਆਪਣੇ ਮੰਦਿਰਾਂ ਤੇ ਜਾ ਰਹੇ ਨੇ, ਸਵੇਰੇ ਸ਼ਾਮ ਪੂਜਾ ਕਰ ਰਹੇ ਨੇ।
ਫੋਟੋ ਉਹਨਾਂ ਨੇ ਤਸਵੀਰ ਜਿਹੜੀ ਆ ਸੰਤ ਭਿੰਡਰਾਂ ਵਾਲਿਆਂ ਦੇ ਆਪਣੇ ਘਰ ਲਗਾਈ ਹੈ। ਇਹਨੂੰ ਕੀ ਕਹਿ ਸਕਦੇ ਹੋ ਤੁਸੀਂ? मेरा लास्ट सवाल है आपसे, जून का महीना जैसे ही शुरू होता है उस वक्त सोशल मीडिया पर जो है हिंदू सिखों को लड़ाने की एक साजिश जो है वो रच दी जाती है। इन दिनों में काफ़ी सारे ऐसे कमेंट आते हैं जिससे आपसी भाईचारा खराब होता है और कई मुद्दे सामने आते हैं जिसमें लड़ाइयाँ होती हैं, इन मुद्दों को लेकर के झगड़े होते हैं। वो जून के महीने में ही क्यों इन चीज़ों को लेकर के जो मुद्दे सामने आते हैं? ਬਿਲਕੁਲ ਇਹ ਤੁਹਾਡੀ ਗੱਲ ਠੀਕ ਹੈਗੀ ਆ ਕਿ ਜੂਨ ਦੇ ਮਹੀਨੇ ਵਿੱਚ ਸਿੱਖਾਂ ਨੂੰ ਟਾਂਟ ਕੀਤਾ ਜਾਂਦਾ, ਪਰ ਅੱਜ ਮੈਂ ਇੱਕ ਮੀਡੀਆ ਵਿੱਚ ਨਾ ਬੜੀ ਇੱਕ ਆਪਣੇ ਸੋਚ ਨਾਲ ਇੱਕ ਬਖੂਬੀ ਗੱਲ ਮੈਂ ਆਪਣੀ ਸਿੱਖ ਕੌਮ ਨੂੰ ਕਹਿਣਾ ਚਾਹੁੰਦਾ ਕਿ ਜਿਹੜੇ ਇਹ ਲੜਾਈ ਕਰਵਾਉਂਦੇ ਨੇ ਕੁਝ ਸ਼ਰਾਰਤੀ ਫੇਕ ਆਈਡੀਆਂ ਫੇਸਬੁੱਕੀਏ ਤੇ ਜਿਨ੍ਹਾਂ ਵਿੱਚ ਬੇਜ਼ਮੀਰੇ ਆਫੀਸਰ ਵੀ ਹੁੰਦੇ ਹਨ, ਪੁਲਿਸ ਆਫੀਸਰ ਇਤਨੇ ਘੈਂਟ ਬੰਦੇ ਜਿਹਨੂੰ ਪੰਜਾਬੀ ਕਹਿੰਦੇ ਆ, ਘੈਂਟ ਬੰਦੇ ਹੈਗੇ ਆ ਪੁਲਿਸ ਡਿਪਾਰਟਮੈਂਟ ਵਿੱਚ, ਜਿਨ੍ਹਾਂ ਨੂੰ ਅਸੀਂ ਸਲਾਮ ਕਰਦੇ ਹਾਂ। ਜਿਹੜੇ ਗਰੀਬ ਦਾ ਦਰਦ ਸਮਝਦੇ ਹਨ, ਕਿਸੇ ਗਰੀਬ ਤੇ ਜ਼ੁਲਮ ਨਹੀਂ ਕਰਦੇ। ਇਹਦੀ ਇੱਕ ਜਿੰਦਾ ਮਿਸਾਲ ਮੈਂ ਤੁਹਾਨੂੰ ਦਿੰਦਾ, ਗੋਲਡੀ ਵੀਰਾ ਜਿਸਨੂੰ ਕਰਕੇ ਕਹਿੰਦੇ ਹਨ ਪੰਜਾਬ ਪੁਲਿਸ ਦਾ, ਪੀਪੀ ਗੋਲਡੀ ਪੰਜਾਬ ਪੁਲਿਸ ਗੋਲਡੀ, ਉਹਦੀ ਪੂਰੀ ਟੀਮ ਮਹਾਰਾਜ ਤੁਸੀਂ ਦੇਖੋ ਨੈਟ ਤੇ ਦੇਖੋ ਕਿੱਥੇ ਕਿੱਥੇ ਜਾ ਕੇ ਉਹ ਸੇਵਾ ਕਰਦੇ ਹਨ, ਉਹਨਾਂ ਨੂੰ ਸਲਾਮ ਹੈ। ਐਸੇ ਜੰਮੂ ਵਿੱਚ ਬਹੁਤ ਸਿੱਖ ਅਫੀਸਰ ਹਨ, IG JP ਸਿੰਘ ਰਿਟਾਇਰਡ ਹੋ ਚੁੱਕੇ ਹਨ, ਬਹੁਤ ਸੇਵਾ ਕੀਤੀ। ਮੈਂ DGP ਦਿਲਬਾਗ ਸਿੰਘ, ਇਹਨਾਂ ਦੀ ਵੀ ਮੈਂ ਕਿਸੇ ਜਗ੍ਹਾ ਕੁਛ ਨਾ ਕੁਛ ਕਹਿ ਸਕਦਾ ਕਿ ਇਹ ਵੀ ਇਨਸਾਫ ਦੀ ਗੱਲ ਕਰਦਾ, ਪਰ ਇਹਨਾਂ ਦੇ ਹੱਥੋਂ ਗੱਲ ਬਾਹਰ ਹੋ ਚੁੱਕੀ ਹੈ ਜਿਹੜੀ SSP ਉੱਤਮ ਚੰਦ ਦੀ, ਉਹ ਚਲੀ ਗਈ ਕੋਰਟ ਤੇ। ਹੁਣ ਕੋਰਟ ਦੇ ਜੱਜਸ ਨੂੰ ਹੋਣਾ ਚਾਹੀਦਾ ਕਿ ਯਾਰ ਸਿੱਖਾਂ ਨਾਲ ਕੀ ਹੋਇਆ, ਜੇ ਉਹਨਾਂ ਦੀ ਆਤਮਾ ਜਾਗਦੀ ਹੋਵੇਗੀ ਤੇ ਜ਼ਰੂਰ ਕੁਛ ਨਾ ਕੁਛ ਉਹ ਕਰਨਗੇ। ਖੈਰ, ਦੂਜੀ ਗੱਲ ਤੁਸੀਂ ਕੀਤੀ ਸੀ ਕਿ ਜੂਨ ਦੇ ਮਹੀਨੇ ਵਿੱਚ ਸਿੱਖਾਂ ਨੂੰ ਟਾਂਟ ਕੀਤਾ ਜਾਂਦਾ, ਪਰ ਮੈਂ ਅੱਜ ਇੱਕ ਸਿੱਖ ਕੌਮ ਨੂੰ ਇੱਕ ਬੇਨਤੀ ਕਰਨ ਲੱਗਾ ਕਿ ਅੱਜ ਤੋਂ ਬਾਅਦ ਜਿਹੜਾ ਵੀ ਤੁਹਾਨੂੰ ਕਵੇ ਨਾ ਕਿ ਜੂਨ 84 ਯਾਦ ਕਰਵਾ ਦਿਆਂਗੇ, ਉਹਦਾ ਤੁਸੀਂ ਜਵਾਬ ਬੜੀ ਬਖੂਬੀ ਤਰੀਕੇ ਨਾਲ ਦੇਣਾ। ਜਿਹੜੀ ਸਤਿਗੁਰੂ ਸੱਚੇ ਪਾਤਸ਼ਾਹ ਨੇ ਮੈਨੂੰ ਸੁਬਤ ਬਖਸ਼ੀ, ਮੇਰੇ ਦਿਮਾਗ ਵਿੱਚ ਆਇਆ, ਮੈਂ ਆਪਣੇ ਜ਼ੁਬਾਨੋਂ ਕੱਢ ਰਿਹਾ ਅੱਜ। ਯਾਰ ਤੁਸੀਂ ਸਾਨੂੰ 84 ਕੀ ਯਾਦ ਕਰਾਓਗੇ? ਸਾਨੂੰ ਯਾਦ ਕਰਾਓਗੇ 84 ਤੁਸੀਂ ਨਹੀਂ ਭੁੱਲ ਸਕਦੇ ਜਿੰਨੀ ਦੇਰ ਇਸ ਨਕਸ਼ੇ ਵਿੱਚ ਇੰਡੀਆ, ਹਿੰਦੁਸਤਾਨ, ਭਾਰਤ ਦਾ ਨਾਮ ਰਹੇਗਾ ਨਾ, 84 ਤੁਹਾਨੂੰ ਨਹੀਂ ਭੁੱਲਣੀ ਭਲਿਓ। ਤੁਸੀਂ ਕਿਤਾਬ ਪੜ੍ਹ ਲਓ ਹਿਸਟਰੀ ਦੀ, ਤੁਹਾਡੇ ਹੀ ਬੰਦੇ ਨੇ ਲਿਖੀ ਹੋਈ ਹੈ, ਤੁਹਾਡੇ ਹੀ ਆਫੀਸਰ ਨੇ ਲਿਖੀ ਹੋਈ ਹੈ। ਉਹ ਕਹਿੰਦਾ ਕਿ ਇੱਕ ਜਿਹੜੀ ਕੀਮਤ ਹੈ ਨਾ ਕਮਾਂਡੋ, ਜਿਹੜਾ ਕਮਾਂਡੋ ਇੱਕ ਤਿਆਰ ਕਰਦੇ ਹਿੰਦੁਸਤਾਨ ਫੌਜ ਦਾ ਜਾਂਬਾਜ਼ ਸਿਪਾਹੀ ਸਲਾਰ, ਜਿਸ ਨੂੰ ਕਹਿੰਦੇ ਚੀਤੇ ਦੀ ਫੁਰਤੀ ਹੁੰਦੀ ਹੈ, ਉਸ ਨੂੰ ਪੂਰਾ ਪਰਫੈਕਟ ਤਿਆਰ ਕਰਾਉਣ ਲਈ ਇੱਕ ਹੈਲੀਕਾਪਟਰ ਦੀ ਕੀਮਤ ਲੱਗਦੀ ਹੈ 1.5-2 ਕਰੋੜ ਹੈਲੀਕਾਪਟਰ, ਜਿੰਨੇ ਵੀ ਹੈਲੀਕਾਪਟਰ ਦੀ ਕੀਮਤ। ਉਸ ਟਾਈਮ ਉਹਨੇ ਕਿਤਾਬ 'ਚ ਲਿਖਿਆ ਸੀ, ਯਾਰ 84 ਸਾਨੂੰ ਯਾਦ ਕਰਾਉਂਦੇ ਹੋ। 90 ਕਮਾਂਡੋ ਸੰਤ ਜਰਨੈਲ ਸਿੰਘ ਦੇ ਬੱਬਰ ਸ਼ੇਰ ਨੇ ਉੱਥੇ ਢਾਏ ਸਨ। 90 ਕਮਾਂਡੋ ਲਾ ਲਓ ਸਾਹਿਬ, ਇੱਕ ਕਮਾਂਡੋ ਇੱਕ ਹੈਲੀਕਾਪਟਰ ਦੇ ਬਰਾਬਰ ਲੱਗਦਾ ਤਿਆਰ ਹੋਣ ਲਈ। 90 ਕਮਾਂਡੋ ਤੁਹਾਡੇ ਢਾਏ ਤੇ ਤੁਸੀਂ ਸਾਨੂੰ 84 ਯਾਦ ਕਰਾ ਰਹੇ ਹੋ। ਯਾਰ ਤੁਸੀਂ ਜ਼ੁਲਮ ਦੀ ਇੰਤਹਾ ਕਰ ਛੱਡੀ ਸੀ। ਜਿਹੜੀਆਂ ਬੀਬੀਆਂ ਸਾਡੀਆਂ ਪ੍ਰੈਗਨੈਂਟ ਸਨ ਉੱਥੇ ਦਰਬਾਰ ਸਾਹਿਬ ਦੀ ਹਦੂਦ ਅੰਦਰ, ਯਾਰ ਤੁਸੀਂ ਉਹਨਾਂ ਨੂੰ ਗਨ ਦੇ ਅੱਗੇ ਚਾਕੂ ਰੱਖ ਕੇ ਪੇਟਾਂ 'ਚ ਮਾਰ ਕੇ ਮਾਰਿਆ। ਇਸ ਤੋਂ ਜ਼ਿਆਦਾ ਜ਼ੁਲਮ ਕੀ ਕਰ ਸਕਦੇ ਹੋ ਤੁਸੀਂ? ਫਿਰ ਵੀ ਖਾਲਸਾ ਹਮੇਸ਼ਾ ਜਾਹੋ ਜਲਾਲ ਨਾਲ ਚੜ੍ਹਦੀ ਕਲਾ ਵਿੱਚ ਰਿਹਾ ਤੇ ਚੜ੍ਹਦੀ ਕਲਾ ਵਿੱਚ ਅੱਜ ਵੀ ਹੈ ਤੇ ਰਹਿੰਦੇ ਸਮੇਂ ਵਿੱਚ ਵੀ ਰਹੇਗਾ। ਜਿੰਨੇ ਮਰਜ਼ੀ ਤੁਸੀਂ ਜ਼ੁਲਮ ਕਰ ਲਓ, 84 ਸਾਨੂੰ ਨਹੀਂ ਭੁੱਲਦੀ, ਪਰ 84 ਤੁਹਾਨੂੰ ਵੀ ਨਹੀਂ ਭੁੱਲਣੀ। ਤੁਸੀਂ ਅੱਜ ਤੋਂ ਬਾਅਦ ਹਰ 6 ਤਰੀਕ ਲਿਖਿਆ ਕਰੋ ਕਿ 84 ਯਾਦ ਕਰਾਂਗੇ। ਉਹਦਾ ਜਵਾਬ ਪਤਾ ਕੀ ਦੇਵਾਂਗੇ? ਬਿਲਕੁਲ 84 ਜਿੰਨਾ ਤੁਸੀਂ ਸਾਨੂੰ ਯਾਦ ਕਰਾ ਰਹੇ ਹੋ ਨਾ, 84 ਤੁਹਾਨੂੰ ਕਦੀ ਵੀ ਨਹੀਂ ਭੁੱਲਣੀ। ਤੁਹਾਡੀਆਂ ਪੁਸ਼ਤਾਂ ਤੱਕ ਯਾਦ ਰਹੇਗੀ 84, ਤੁਹਾਡੀਆਂ ਪੁਸ਼ਤਾਂ ਤੱਕ ਯਾਦ ਰਹੇਗੀ। ਇਸ ਕਰਕੇ ਮੈਂ ਬਾਰ-ਬਾਰ ਕਹਿੰਦਾ, ਉਹ ਟਲ ਜਾਓ ਨਾ, ਸਿੱਖਾਂ ਨੂੰ ਚੇਤੇ ਕਰਾਓ ਹਰ ਗੱਲ। ਜਦੋਂ ਸਿੱਖ ਪਾਣੀ ਦੀ ਤਰ੍ਹਾਂ ਤੁਰਦਾ ਨਾ ਤੇ ਸ਼ਾਂਤ ਰਹਿਣ ਦਿਓ। ਜੇ ਸਿੱਖਾਂ ਨੂੰ ਵੰਗਾਰਨ ਦੀ ਕੋਸ਼ਿਸ਼ ਕੀਤੀ ਨਾ ਤਾਂ ਫਿਰ ਉਹ ਦੇਖ ਲਓ, ਆਪਣਾ ਗਜਨੀ ਦਾ ਇਤਿਹਾਸ ਪੜ੍ਹ ਲਓ, ਬਾਬਾ ਗਰਜਾ ਸਿੰਘ, ਬਾਬਾ ਬੋਤਾ ਸਿੰਘ ਦਾ ਇਤਿਹਾਸ ਵੀ ਪੜ੍ਹ ਲੈਣੇ। ਇਹਨਾਂ ਨੂੰ ਯਾਦ ਕਰਵਾ ਦਿਓ। ਤੁਸੀਂ ਸੰਤ ਜਰਨੈਲ ਸਿੰਘ ਜੀ ਦੀ ਹਿਸਟਰੀ ਇੱਕ ਅੰਗ ਨਾ, ਉਹਨਾਂ ਦੀ ਹਿਸਟਰੀ ਦਾ ਇੱਕ ਪੰਨਾ ਰੋਜ਼ ਪੜ੍ਹਨ ਦੀ ਕੋਸ਼ਿਸ਼ ਕਰੋ। ਮੈਂ ਤੁਹਾਡੀਆਂ ਜੁੱਤੀਆਂ ਦਾ ਪਾਣੀ ਪੀ ਜਾਵਾਂਗਾ ਤੁਸੀਂ ਸੰਤ ਜਰਨੈਲ ਸਿੰਘ ਦੇ ਨਾਰੇ ਖੁਦ ਨਾ ਲਗਾਏ ਤੇ। ਇਹ ਸ਼ਖਸੀਅਤ ਸੀ ਸੰਤ ਜਰਨੈਲ ਸਿੰਘ ਦੀ, ਚਿਹਰੇ ਦੀ ਰੂਹਾਨੀਅਤ ਦੀ। ਤੁਸੀਂ ਕੀ ਯਾਦ ਕਰਾਓਗੇ? ਯਾਰ ਸਾਨੂੰ ਬਾਰ-ਬਾਰ 84 ਲਿਖੋ 84।
ਅਸੀਂ ਲਿਖਦੇ ਹਾਂ ਕਿ ਹੁਣ ਜੂਨ ਦੇ ਮਹੀਨੇ ਅਗਲੀ ਵਾਰ ਅਸੀਂ ਲਿਖਿਆ ਕਰਾਂਗੇ ਕਿ 84 ਤੁਹਾਨੂੰ ਯਾਦ ਕਰਾਵਾਂਗੇ। ਇਹ ਮੈਸੇਜ ਆ ਸਾਡਾ ਇਹਨਾਂ। ਧੰਨਵਾਦ। ਇਹ ਕੁਝ ਲੋਕਾਂ ਦਾ ਜਿਹੜੇ ਸ਼ਰਾਰਤ ਕਰਦੇ ਉਹਨਾਂ ਲੋਕਾਂ ਨੂੰ ਜਵਾਬ ਆ। ਬਾਕੀ ਸਾਡੇ ਹਿੰਦੂ ਵੀਰਾਂ ਦੀ ਬਹੁਤ ਵੱਡੀ ਕੁਰਬਾਨੀ ਹੈ ਸਾਡੇ ਲਈ, ਅਸੀਂ ਉਹਨਾਂ ਦਾ ਇਹਤਰਾਮ ਕਰਦੇ ਹਾਂ। ਧੰਨਵਾਦ ਜਮੀਤ ਜੀ।